ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕਾ ਕਬੀਰਾ ਮਹਿੰਦੀ ਕਰ ਕੈ ਘਾਲਿਆ, ਆਪ ਪੀਸਾਏ ਪੀਸਾਏ। ਤੈ ਸਹਿਬਾਤ ਨ ਪੁੱਛੀਆ, ਕਬਹੂ ਨਾ ਲਾਈ ਪਾਏ। ਕਬੀਰਾ ਮਹਿੰਦੀ ਕਰ ਕੈ ਘਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ, ਸ਼ਬਦ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕਾ ਕਬੀਰਾ ਮਹਿੰਦੀ ਕਰ ਕੈ ਘਾਲਿਆ। ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਜੋਧੇ ਵੀਰ ਪੂਰਬਾਣੀ ਕੀ ਧੁਨੀ। ਇਸ ਸਿਰਲੇਖ ਹੇਠ ਕੱਲ ਰਾਮ ਕਲੀ ਦੀ ਪਹਿਲੀ ਵਾਰ ਜੋ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪ੍ਰਾਰੰਭ ਹੋਈ ਸੀ, ਜਿਸ ਦਾ ਇੱਕ ਸ਼ਲੋਕ ਆਪ ਨੇ ਸਰਵਣ ਕੀਤਾ ਹੈ। ਇਹ ਹੁਣ ਦੂਸਰਾ ਸ਼ਲੋਕ ਕਬੀਰ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਦੇ ਵਿੱਚ ਪਾ ਕੇ ਉਚਾਰ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਜਿਹੜਾ ਕਬੀਰ ਮਹਿੰਦੀ ਕਰਕੇ ਘਾਲਿਆ ਵਾਲਾ ਸ਼ਲੋਕ ਉਚਾਰਨ ਕੀਤਾ ਹੋਇਆ ਹੈ, ਉਹ ਸ਼ਲੋਕ ਦੀ ਕਿਰਪਾ ਕਰਕੇ ਅਰਥ ਸਮਝਾਉਣਾ ਕਰੋ। ਪਹਿਲਾਂ ਸਤਿਗੁਰੂ ਜੀ ਸਿੱਖਾਂ ਦੇ ਤਾਈਂ ਉਸੇ ਸ਼ਲੋਕ ਨੂੰ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ, ਜਾਂ ਇਸ ਵਾਰ ਵਿੱਚ ਕਬੀਰ ਜੀ ਦੇ ਸ਼ਲੋਕ ਰੱਖਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਦੀ ਅਭੇਦਤਾ ਦਿਖਾਉਣਾ ਕੀਤੀ ਹੈ। ਸਤਿਗੁਰੂ ਜੀ ਪਾਵਨ ਸ਼ਲੋਕ ਉਚਾਰ ਰਹੇ ਨੇ, ਕਬੀਰ ਮਹਿੰਦੀ ਕਰਕੇ ਘਾਲਿਆ। ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਪੁਰਖ ਨੇ ਆਪਣੀ ਜ਼ਿੰਦਗੀ ਰੂਪ ਮਹਿੰਦੀ ਨੂੰ ਅਭਿਆਸ ਰੂਪ ਡੰਡੇ ਦੇ ਨਾਲ ਨਿਸ਼ਚੇ ਰੂਪ ਸੁਨਹਿਰੇ ਕੁੰਡੇ ਵਿੱਚ ਪਾ ਕਰਕੇ ਘਾਲਿਆ, ਭਾਵ ਕਮਾਉਣਾ ਕੀਤਾ ਹੈ। ਆਪ ਪੀਸਾਏ ਪੀਸਾਏ। ਅਤੇ ਫਿਰ ਆਪਣੇ ਆਪ ਨੂੰ ਜਾਂ ਆਪਣੇ ਤਨ ਦੇ ਤਾਣ ਦੇ ਮਨ ਦੇ ਮਨ ਨੂੰ ਪੀ ਪੀ ਕੇ ਸੂਖਮ ਕੀਤਾ ਹੈ। ਤੈ ਸਹਿਬਾਤ ਨਾ ਪੁੱਛੀਆ, ਪਰ ਹੇ ਸਹਿ ਖਸਮ ਮਾਲਕ ਪਰਮੇਸ਼ਰ ਜੀ, ਤੂੰ ਉਸ ਦੀ ਸਰਗੁਣ ਸਰੂਪ ਧਾਰ ਕੇ ਗੱਲ ਵੀ ਨਹੀਂ ਪੁੱਛੀ, ਭਾਵ ਉਸ ਨਾਲ ਕਦੇ ਬਚਨ ਵਿਲਾਸ ਵੀ ਨਹੀਂ ਕੀਤਾ।
ਅਤੇ ਕਬਹੂ ਨਾ ਲਾਈ ਪਾਏ। ਕਦੇ ਉਸ ਨੂੰ ਆਪਣੇ ਚਰਨੀ ਵੀ ਨਹੀਂ ਲਾਇਆ, ਜਾਂ ਨਿਰਗੁਣ ਸਰੂਪ ਦੇ ਚਰਨੀ ਲਾਉਣ ਦੀ ਤਰ੍ਹਾਂ ਅਭੇਦਤਾ ਵੀ ਨਹੀਂ ਕੀਤੀ। ਮਹੱਲਾ ਤੀਜਾ। ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਸਾਡੇ ਵੱਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਵੀ ਸਿੱਖਾਂ ਨੇ ਇਹੀ ਸ਼ਲੋਕ ਦੀ ਅਰਥ ਪੁੱਛੇ ਸਨ, ਅਤੇ ਸਤਿਗੁਰਾਂ ਨੇ ਉਦੋਂ ਇਹ ਅਗਲਾ ਮਹੱਲਾ ਉਚਾਰਨ ਕਰਕੇ ਉੱਤਰ ਦਿੱਤਾ ਸੀ। ਉਹੀ ਸ਼ਲੋਕ ਅਸੀਂ ਉਚਾਰਨ ਕਰਕੇ ਤੁਹਾਨੂੰ ਕਬੀਰ ਸਾਹਿਬ ਜੀ ਦੇ ਸ਼ਲੋਕ ਦਾ ਸਿਧਾਂਤ ਸਮਝਾਉਂਦੇ ਹਾਂ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪਾਵਨ ਸ਼ਲੋਕ ਦੇ ਪ੍ਰਥਾਏ ਇੰਜ ਆਪ ਦਾ ਸ਼ਲੋਕ ਉਚਾਰਿਆ ਹੈ। ਨਾਨਕ ਮਹਿੰਦੀ ਕਰ ਕੈ ਰੱਖਿਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਸ ਨੇ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਜਾਂ ਮਨ ਦੇ ਮਾਣ ਅਤੇ ਤਨ ਦੇ ਤਾਣ ਨੂੰ ਛੱਡ ਕੇ ਭਾਵ ਸੂਖਮ ਬਰੀਕ ਕਰਕੇ ਰੱਖਿਆ ਹੈ। ਇਸੇ ਪ੍ਰਕਾਰ ਨਾਨਕਾ ਮਹਿੰਦੀ ਕਰ ਕੈ ਰੱਖਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਨੇ ਆਪਣੀ ਜ਼ਿੰਦਗੀ ਰੂ ਮਹਿੰਦੀ ਨੂੰ ਅਭਿਆਸ ਰੂਪ ਡੰਡੇ ਦੇ ਨਾਲ ਨਿਸ਼ਚੇ ਰੂਪ ਕੁੰਡੇ ਵਿੱਚ ਘਸਾ ਘਸਾ ਕੇ ਸ਼ਰਧਾ ਦੇ ਸਹਿਤ ਕਰ ਰੱਖਿਆ ਹੈ। ਸੋ ਸਾਹੋ ਨਦਰ ਕਰੇ। ਉਸ ਉੱਤੇ ਖਸਮ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਜ਼ਰੂਰ ਕਰੇਗਾ। ਆਪੇ ਪੀਸੈ ਆਪੇ ਕਸੈ। ਆਪ ਹੀ ਸ਼ਰਵਣ ਕਰਕੇ ਪ੍ਰਮਾਣਗਤ ਸੰਸ਼ੇ ਨੂੰ ਮਿਟਣ ਰੋ ਪੀਂਦਾ ਹੈ। ਆਪ ਹੀ ਮੰਨਣ ਕਰਕੇ ਪਰਮੇਸ਼ਗਤ ਸੰਸ਼ੇ ਨੂੰ ਅੰਦਰੋਂ ਘਸਾ ਭਾ ਮੇਟ ਦਿੰਦਾ ਹੈ। ਆਪੇ ਹੀ ਲਾਏ ਲਾਏ। ਅਤੇ ਨਿਧਿਆਸਨ ਦੁਆਰਾ ਵਿਪਰਜੇ ਬੁੱਧੀ ਦਾ ਨਾਸ਼ ਕਰਕੇ ਆਪ ਹੀ ਆਪਣੇ ਨਾਲ ਲਾ ਲੈਂਦਾ ਹੈ। ਇਸੇ ਪ੍ਰਕਾਰ ਆਪੇ ਪੀਸੈ ਆਪੇ ਕਸੈ। ਆਪ ਹੀ ਨਿਸ਼ਕਾਮ ਕਰਮਾਂ ਦੁਆਰਾ ਸਕਾਮ ਕਰਮਾਂ ਦੇ ਫਲ ਦੀ ਇੱਛਾ ਦਾ ਤਿਆਗ ਕਰਨ ਰੂਪ ਪੀਣਾ ਕਰਦਾ ਹੈ। ਆਪ ਹੀ ਉਪਾਸਨਾ ਦੁਆਰਾ ਜੀਵ ਦੀ ਅਲਪਗਤਾ ਨੂੰ ਘਸਾਉਣਾ ਕਰਦਾ ਹੈ। ਆਪੇ ਹੀ ਲਾਏ ਲਾਏ। ਅਤੇ ਆਪ ਹੀ ਗੁਰਾਂ ਦੁਆਰਾ ਗਿਆਨ ਸਰੂਪ ਦੀ ਪ੍ਰਾਪਤੀ ਵੱਲ ਲਾ ਲੈਣ ਵਾਲਾ ਹੈ। ਇਸੇ ਪ੍ਰਕਾਰ ਆਪੇ ਪੀਸੈ ਆਪੇ ਕਸੈ। ਆਪ ਹੀ ਜੀਵ ਬਹਿਰੰਗ ਸਾਧਨਾ ਨੂੰ ਕਰਨ ਰੂਪੀਂਦਾ ਹੈ। ਆਪ ਹੀ ਅੰਤਰੰਗ ਸਾਧਨ ਕਰਨ ਰੂਪ ਘਸਾਉਣਾ ਕਰਦਾ ਹੈ। ਇਸੇ ਪ੍ਰਕਾਰ ਆਪੇ ਪੀਸੈ ਆਪੇ ਕਸੈ। ਸਥੂਲ ਵਾਸ਼ਨਾ ਨੂੰ ਨਿਵਰਤ ਕਰਨ ਰੂਪ ਆਪ ਹੀ ਵਾਹਿਗੁਰੂ ਪੀਂਦਾ ਹੈ। ਅਤੇ ਸੂਖਮ ਵਾਸ਼ਨਾ ਨੂੰ ਨਿਵਰਤ ਕਰਨ ਰੂਪ ਆਪ ਹੀ ਘਸਾਉਂਦਾ ਹੈ। ਆਪੇ ਹੀ ਲਾਏ ਲਾਏ। ਅਤੇ ਫਿਰ ਹਰੀ ਆਪ ਹੀ ਆਪਣੇ ਨਾਲ ਲਾ ਲੈਂਦਾ, ਮਤਲਬ ਅਭੇਦ ਕਰ ਲੈਂਦਾ ਹੈ। ਇਹੋ ਪਰਮ ਪਿਆਲਾ ਖਸਮ ਕਾ। ਇਹ ਪ੍ਰੇਮ ਰੂਪੀ ਜੋ ਪਿਆਲਾ ਕਟੋਰਾ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਿਆ ਹੋਇਆ ਮਾਲਕ ਪਰਮੇਸ਼ਰ ਦਾ ਖੁਦ ਦਾ ਆਪ ਦਾ ਹੈ। ਜੈ ਭਾਵੈ ਤਾ ਦੇ। ਇਸ ਪੁਰਖ ਦਾ ਸਾਧਨ ਪ੍ਰਭੂ ਨੂੰ ਭਾਉਂਦਾ ਹੈ, ਜਾਂ ਸ਼ਰਧਾ ਕਮਾਈ ਜਿਸ ਪੁਰਖ ਦੀ ਪ੍ਰਭੂ ਨੂੰ ਭਾ ਜਾਂਦੀ ਹੈ, ਉਸੇ ਨੂੰ ਇਹ ਦਾਤ ਬਖਸ਼ ਦਿੰਦਾ ਹੈ। ਦਾਤ ਹੈ, ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਪੈ ਸਈ।
ਪੌੜੀ ਇਹ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਵੇਖੀ ਸ੍ਰਿਸ਼ਟਿ ਉਪਾਈਆਨਾ ਇਹ ਪਰਮੇਸ਼ਰ ਵੇਖੀ ਨਾਮ ਹੈ ਵੱਖੋ ਵੱਖਰੀ ਰੰਗਾਂ ਰੰਗਾਂ ਦੀ ਤੇਰੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਸਭ ਹੁਕਮ ਆਵੈ ਜਾਇ ਸਮਾਹੀ ਹਰ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਦੇ ਵਿੱਚ ਆਉਂਦੀ ਜਾਂਦੀ ਅਤੇ ਸਮਾਉਂਦੀ ਹੈ ਜਾਂ ਸਾਰੀ ਹੁਕਮ ਦੁਆਰਾ ਹੀ ਆਉਂਦੀ ਹੈ, ਹੁਕਮ ਦੁਆਰਾ ਹੀ ਜਗ੍ਹਾ ਜਗ੍ਹਾ ਜਾਂਦੀ ਹੈ ਅਤੇ ਹੁਕਮ ਦੁਆਰਾ ਹੀ ਸਮਾਉਂਦੀ ਪਾਪ ਪਰਲੋ ਹੁੰਦੀ ਹੈ। ਇਸੇ ਪ੍ਰਕਾਰ ਵੇਖੀ ਸ੍ਰਿਸ਼ਟਿ ਉਪਾਈਆਨਾ ਇਹ ਪਰਮੇਸ਼ਰ ਤੇਰੀ ਵੱਖੋ ਵੱਖਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਪ੍ਰਾਪਤੀ ਵਾਲੇ ਜਗੀ ਆਸਮਾਨ ਦੇ ਭਾਵ ਕੋਈ ਉਪਕਰਮੀ ਹੈ, ਕੋਈ ਉਪਾਸ਼ਕ ਹੈ ਅਤੇ ਕੋਈ ਗਿਆਨੀ ਹੈ। ਸਭ ਹੁਕਮ ਆਵੈ ਜਾਇ ਸਮਾਹੀ ਇੰਜ ਸਾਰੇ ਨਿਸ਼ਕਾਮ ਕਰਮਾਂ ਵਾਲੇ ਤੇਰੇ ਹੁਕਮ ਦੁਆਰਾ ਉਪਾਸ਼ਨਾ ਵਿੱਚ ਆ ਜਾਂਦੇ ਨੇ ਅਤੇ ਉਪਾਸ਼ਨਾ ਵਾਲੇ ਜਾ ਕੇ ਗਿਆਨ ਵਿੱਚ ਸਮਾ ਜਾਂਦੇ ਨੇ ਜਾਂ ਸਾਰਾ ਤੇਰੇ ਹੁਕਮ ਵਿੱਚ ਵੀ ਆਉਣਾ ਜਾਣਾ ਸਮਾਉਣਾ ਹੁੰਦਾ ਹੈ। ਆਪੇ ਵੇਖ ਵਿਗਸਤਾ ਇਹ ਪਰਮੇਸ਼ਰ ਤੂੰ ਆਪਣੇ ਭਗਤਾਂ ਦੀ ਕਰਨੀ ਸਾਧਨ ਵੇਖ ਕੇ ਪ੍ਰਸੰਨ ਹੁੰਦਾ ਹੈ। ਦੂਜਾ ਕੋ ਨਾਹੀ ਤੈਥੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ। ਇਸੇ ਪ੍ਰਕਾਰ ਆਪੇ ਵੇਖ ਵਿਗਸਦਾ ਤਤ ਬੇਤੇ ਆਪਣੇ ਸਵੈ ਸਰੂਪ ਨੂੰ ਵੇਖ ਕੇ ਖਿੜਦੇ ਹਨ। ਦੂਜਾ ਕੋ ਨਾਹੀ ਹੋਰ ਦੂਜਾ ਕੋਈ ਵੀ ਉਸ ਅਵਸਥਾ ਵਿੱਚ ਨਹੀਂ ਹੈ। ਜਿਉ ਭਾਵੈ ਤਿਉ ਰਾਖਾ ਤੋ ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਤੂੰ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ। ਗੁਰ ਸ਼ਬਦ ਬੁਝਾਹੀ ਹਰ ਤੇਰੇ ਸਰੂਪ ਦੀ ਗੁਰੂ ਉਪਦੇਸ਼ ਦੁਆਰਾ ਹੀ ਬੂਝ ਭਾਵ ਸਮਝ ਆਉਂਦੀ ਹੈ। ਇਹ ਆਪਣੇ ਸਰੂਪ ਦੇ ਤਾਈ ਗੁਰੂ ਉਪਦੇਸ਼ ਦੁਆਰਾ ਸਮਝਾਉਂਦਾ ਹੈ। ਸਭਨਾ ਤੇਰਾ ਜੋਰ ਹੈ ਇਹ ਪਰਮੇਸ਼ਰ ਸਭਨਾਂ ਦੇ ਵਿੱਚ ਤੇਰਾ ਹੀ ਬਲ ਹੈ, ਆਸਰਾ ਹੈ ਜਾਂ ਗਿਆਨ ਆਦਿਕ ਸਾਧਨਾਂ ਦਾ ਬਲ ਹੈ। ਜਿਉ ਭਾਵੈ ਤਿਵੈ ਚਲਾਹੇ ਜਿਵੇਂ ਤੈਨੂੰ ਭਾਉਂਦਾ ਤਿਵੇਂ ਜੀਵਾਂ ਨੂੰ ਚਲਾਉਂਦਾ ਸੀ, ਚਲਾਉਂਦਾ ਹੈ, ਚਲਾਵੇਂਗਾ। ਤੁਧ ਜੀਵੜ ਮੈਂ ਨਾਹੇ ਕੋ ਇਹ ਪਰਮੇਸ਼ਰ ਤੇਰੇ ਜਿੱਡਾ ਵੱਡਾ ਮੈਨੂੰ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ ਦਿਸਦਾ। ਕਿਸ ਆਂਖ ਸੁਣਾਈ ਇਸ ਲਈ ਕਿਹਦੇ ਕੋਲ ਆ ਕੇ ਜਾਂ ਖਿਆਣਾ ਦੁਆਰਾ ਕਹਿ ਕੇ ਸੁਣਾਉਣਾ ਕਰੀਏ। ਵਾਹੋ ਵਾਹੋ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ ਅਤੇ ਤੂੰ ਹੀ ਸੱਚੀ ਮਹਿਮਾ ਵਾਲਾ ਹੈ ਜਾਂ ਤੂੰ ਸੱਚੀ ਉਸਤਤ ਰੂਪ ਆਵਾਜ਼ ਵਾਲਾ ਹੈ। ਇਹ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੁਕਮ ਨਾਲ ਪੰਕਤੀ ਪੜ੍ਹੀ ਗਈ ਹੈ, ਜੋ ਕਿ ਆਰੰਭ ਦੇ ਵਿੱਚ ਰਹਾਉ ਵਾਲੀ ਪੰਕਤੀ ਹੈ। ਪੌੜੀ ਤੋਂ ਅਖੀਰ ਤੇ ਹਰੇਕ ਪੌੜੀ ਦੇ ਨਾਲ ਗੁਰੂ ਸਾਹਿਬ ਦੀ ਆਗਿਆ ਮੁਤਾਬਕ ਹੁਣ ਪੜ੍ਹੀ ਜਾਵੇਗੀ। ਸ਼ਲੋਕ ਮਹੱਲਾ ਤੀਜਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਤੋ ਇਹ ਪੜਨ ਤੋਂ ਬਾਅਦ ਹੁਣ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੁਰਸਿੱਖਾਂ ਨੂੰ ਜਗਿਆਸੂ ਵੱਲੋਂ ਗੁਰਸਿੱਖਾਂ ਨੇ ਗੁਰੂ ਚਰਨਾਂ 'ਚ ਬੇਨਤੀ ਕੀਤੀ ਹੈ, ਮਹਾਰਾਜ ਇਹ ਸ਼ਲੋਕ ਵਿਚਾਰਦੇ ਨੇ। ਪਰਮ ਭਲਾਈ ਸਭ ਜਗ ਫੇਰੇ ਇਹ ਸਤਿਗੁਰੂ ਭਰਮ ਦੀ ਭਲਾਈ ਮੇਰੀ ਬਿਰਤੀ
ਸਾਰੇ ਜਗਤ ਵਿੱਚ ਪ੍ਰਭੂ ਨੂੰ ਟੋਲਦੀ ਢੂੰਡਦੀ ਫਿਰ ਰਹੀ ਹੈ। ਇਸੇ ਪ੍ਰਕਾਰ ਪਰਮ ਭੁਲਾਈ ਸਭ ਜਗ ਫੇਰੀ। ਇਹ ਸਤਿਗੁਰੂ ਭਰਮ ਦੀ ਭੁਲਾਈ ਹੋਈ ਮੇਰੀ ਬਿਰਤੀ ਸਾਰੇ ਜਗਤ ਦੀਆਂ ਜੂਨਾਂ ਵਿੱਚ ਫਿਰ ਰਹੀ ਹੈ। ਕਿਰਤ ਕਰਮ ਕੇ ਵਿਛੁੜ ਕਰ ਕਿਰਪਾ ਮਿਲੋ RAM। ਇਸੇ ਪ੍ਰਕਾਰ ਪਰਮ ਭੁਲਾਈ ਸਭ ਜਗ ਫੇਰੀ। ਇਹ ਸਤਿਗੁਰੂ ਭਰਮ ਦੀ ਭੁਲਾਈ ਮਨੁੱਖਾ ਦੇ ਪਾ ਕੇ ਇਹ ਜਿਹੜੀ ਮੇਰੀ ਬਿਰਤੀ ਹੈ ਸਾਰੇ ਜਗਤ ਵਿੱਚ ਫਿਰ ਰਹੀ ਹੈ। ਭਾਵੀ ਹੋਈ ਭਾਲ ਅਤੇ ਖੋਜਦੀ ਹੋਈ ਛਿੱਥੀ ਹੋਈ ਵਿਆਕੁਲ ਹੋ ਰਹੀ ਹੈ। ਸੋ ਸਾਹੋ ਸਾਧਨ ਦੇਵਾਈ। ਪਰੰਤੂ ਉਹ ਪਤੀ ਪਰਮੇਸ਼ਰ ਆਤਮਿਕ ਸ਼ਾਂਤੀ ਨਹੀਂ ਦਿੰਦਾ ਹੈ। ਕਿਆ ਚੱਲੈ ਤਿਸ ਨਾਲ। ਤਿਸ ਨਾਲ ਉਸ ਦੇ ਨਾਲ ਇਸ ਲਈ ਕੀ ਜ਼ੋਰ ਚੱਲ ਸਕਦਾ ਹੈ। ਭਾਵ ਕੋਈ ਜ਼ੋਰ ਨਹੀਂ ਚੱਲਦਾ। ਜਿਸ ਅੱਗੇ ਜ਼ੋਰ ਨਾ ਚੱਲਈ ਖਲੇ ਕੀਚੇ ਅਰਦਾਸ। ਗੁਰ ਪ੍ਰਸਾਦੀ ਹਰ ਧਿਆਈਐ। ਇਹ ਭਾਈ ਗੁਰਾਂ ਦੀ ਕਿਰਪਾ ਦੁਆਰਾ ਹਰੀ ਪਰਮੇਸ਼ਰ ਨੂੰ ਧਿਆਈਏ। ਅੰਤਰ ਰੱਖੀਐ ਉਰ ਤਾਰ। ਅਤੇ ਹੋਰ ਹਿਰਦੇ ਦੇ ਅੰਦਰ ਵਿੱਚ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਵਸਾ ਕੇ ਰੱਖੀਏ। ਨਾਨਕ ਘਰ ਬੈਠਿਆਂ ਸਹੁ ਪਾਇਆ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਗੁਰਾਂ ਦੀ ਪ੍ਰਾਪਤੀ ਕਰਕੇ ਗ੍ਰਸਥ ਦੇ ਵਿੱਚ ਆਪਦੇ ਘਰ ਵਿੱਚ ਹੀ ਬੈਠ ਕੇ ਜਦ ਭਗਤੀ ਕੀਤੀ ਤਾਂ ਸਹੁ ਪਤੀ ਨੂੰ ਪਾ ਲਿਆ। ਜਾਂ ਆਪਣੇ ਅੰਤःਕਰਨ ਰੂਪੀ ਘਰ ਵਿੱਚ ਜਾਂ ਸਾਧ ਸੰਗਤ ਰੂਪੀ ਘਰ ਦੇ ਵਿੱਚ ਬੈਠੇ ਆ ਭਾਵ ਅਸਥਿਤ ਹੋਇਆ ਹੀ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ। ਇਹ ਮਹਾਰਾਜ ਆਪੋਂ ਪਾਇਆ ਹੈ ਆਪਦੇ ਯਤਨ ਨਾਲ ਪਾਇਆ। ਕਹਿੰਦੇ ਨਹੀਂ ਨਹੀਂ ਭਾਈ ਇਸ ਤਰ੍ਹਾਂ ਦਾ ਹੰਕਾਰ ਆ ਜਾਵੇਗਾ। ਲੋ ਸੁਣੋ। ਜਾਂ ਕਿਰਪਾ ਕੀਤੀ ਕਰ ਤਾਰ। ਤਾਂ ਪਾਇਆ ਹੈ ਜਾਂ ਪਰਮੇਸ਼ਰ ਕਰਤਾਰ ਨੇ ਜਿਹਦੇ ਹੱਥ ਵਿੱਚ ਸਾਡੀ ਪ੍ਰਾਰਬਧ ਰੋਜੀ ਰੋਟੀ ਰੂਪੀ ਤਾਰ ਹੈ। ਉਸ ਵਾਹਿਗੁਰੂ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਕਿਰਪਾ ਦ੍ਰਿਸ਼ਟੀ ਦਇਆ ਦ੍ਰਿਸ਼ਟੀ ਕੀਤੀ ਤਾਂ ਪਾਇਆ ਹੈ। ਮਹੱਲਾ ਤੀਜਾ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ। ਧੰਦਾ ਧਾਵਤ ਦਿਨ ਗਿਆ। ਮਨਮੁਖ ਜੀਵਨ ਦਾ ਧੰਦਿਆਂ ਵਿੱਚ ਦੌੜਦਿਆਂ ਦਿਨ ਬਤੀਤ ਹੋ ਗਿਆ ਹੈ। ਰਹਿਣ ਗਵਾਈ ਸੋਏ। ਅਤੇ ਰਾਤ ਸੌਂ ਕੇ ਗਵਾ ਦਿੱਤੀ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਮੇਰੇ ਵਰਗੇ ਕੰਮ ਤਾਂ ਕੋਈ ਕਰਦੇ ਨਹੀਂ ਤੇ ਸੋਚੀ ਜਾਂਦੇ ਨੇ ਵਿਹਲੇ ਬੈਠੇ। ਮਤਲਬ ਕੰਮ ਵਾਲਾ ਬੰਦਾ ਧੰਦੇ ਵਾਲਾ ਨਹੀਂ। ਗੁਰੂ ਸਾਹਿਬ ਨੇ ਆਖਿਆ ਮੈਂ ਆਪਾਂ ਨੂੰ ਭੁਲੇਖਾ ਨਾ ਹੋਵੇ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਈ। ਜੋ ਵੀ ਕਿਸੇ ਦੀ ਕਿਰਤ ਵਿਰਤ ਹੈ ਉਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕਰਨ ਦੀ ਆਗਿਆ ਹੈ। ਧੰਦਾ ਗੁਰੂ ਪਿਆਰਿਓ ਹੱਥਾਂ ਦਾ ਨਹੀਂ ਹੈ। ਹੱਥਾਂ ਬਾਬਤ ਤਾਂ ਭਗਤ ਨਾਮਦੇਵ ਜੀ ਦਾ ਉਪਦੇਸ਼ ਹੈ। ਜਦ ਤਰਲੋਚਨ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਹਿੰਦੇ ਮੈਂ ਤੇ ਸੁਣਿਆ ਸੀ ਵੀ ਨਾਮਦੇਵ ਤੂੰ ਬੜਾ ਵੱਡਾ ਭਗਤ ਹੈ ਤੇ ਮੈਂ ਦਰਸ਼ਨ ਕਰਨ ਲਈ ਆਇਆ ਸਪੈਸ਼ਲ ਵੀ ਨਾਮਦੇਵ ਕਿਤੇ ਜੰਗਲ ਦੇ ਵਿੱਚ ਦਰਖਤ ਥੱਲੇ ਬੈਠਾ ਭਗਤੀ ਕਰਦਾ ਮੈਨੂੰ ਮਿਲੂਗਾ ਪਰ ਤੂੰ ਤਾਂ ਲੋਕਾਂ ਨਾਲ ਲੜ ਰਿਹਾ। ਮੈਨੂੰ ਇੰਨੇ ਪੈਸੇ ਚਾਹੀਦੇ ਨੇ ਇਹ ਥੋੜੇ ਨੇ ਇੰਜ ਨਹੀਂ ਉਂਝ ਨਹੀਂ ਛਾਲਾਂ ਛਾਪ ਕੇ ਵੇਚ ਰਿਹਾ ਜੋ ਸ਼ਿੰਬੀਆਂ ਦਾ ਕੰਮ ਸੀਗਾ। ਤੇ ਲੋਚਨ ਭਗਤ ਜੀ ਨੇ ਸਵਾਲ ਕੀਤਾ
ਕਹਿੰਦੇ ਨਾਮਾ ਮਾਇਆ ਮੋਹਿਆ, ਨਾਮ ਦੇਵਤਾ ਧੰਦਿਆਂ 'ਚ ਫਸਿਆ ਹੋਇਆ, ਮਾਇਆ ਦਾ ਮੋਹਿਆ ਹੋਇਆ ਹੈ। ਇਹ ਕਿੱਧਰ ਦਾ ਭਗਤ ਹੈ? ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ। ਤਲੋਚਨ ਮਿੱਤਰ ਇਹ ਗੱਲ ਕਹਿੰਦਾ ਹੈ। ਤਲੋਚਨ ਸੀ ਸ਼ਾਹੂਕਾਰ। ਹੁਣ ਜਿਹਦੀ 10-20 ਕਿੱਲੇ 50 ਕਿੱਲੇ ਪੈਲੀ ਹੈ ਤੇ ਜਾਂ ਉਹਦੇ ਤੋਂ ਪੂੰਜੀ ਇਨਵੈਸਟ ਹੋ ਗਈ, ਉਹ ਤਾਂ ਬੜਾ ਚੌਂਕੜਾ ਮਾਰ ਕੇ ਬੈਠ ਕੇ ਭਗਤੀ ਕਰ ਸਕਦਾ, ਸੇਵਾ ਕਰ ਸਕਦਾ। ਜਿਸ ਬੰਦੇ ਨੇ ਆਪ ਦੀ ਦਿਹਾੜੀ ਕਰਕੇ ਤੇ ਸ਼ਾਮ ਨੂੰ ਉਹੀ ਆਟਾ ਲਿਆ ਕੇ ਤੇ ਚੌਲ ਦਾਲ ਆਦਿ ਲਿਆ ਕੇ ਭੋਜਨ ਪਕਾ ਕੇ ਖਾਣਾ, ਉਹ ਦੱਸੋ ਬੈਠਿਆ ਕਿਵੇਂ ਸਰੂਗਾ? ਜਿਹੜਾ ਧੰਨਾ ਸੀ, ਧੰਨਾ ਕਹਿੰਦਾ ਮਹਾਰਾਜ ਤੂੰ ਨਾ ਦੇਰ ਬੜੀ ਲਾਤੀ, ਸਾਡੇ ਜੱਟਾਂ ਦਾ ਤਾਂ ਇੱਕ ਮਿੰਟ ਵੇਲ ਨਹੀਂ ਹੁੰਦਾ। ਆ ਵੇਖ ਸਾਰੇ ਕੰਮ ਰੁਕ ਗਏ ਨੇ, ਮੱਝਾਂ ਗਾਂ ਵਿਚਾਰੀਆਂ ਮੂੰਹ ਵੱਲ ਵੇਖ ਲਈਆਂ, ਉਹਨਾਂ ਨੂੰ ਪਾਣੀ ਢਾਉਣਾ, ਪੱਠੇ ਵੱਢਣੇ ਨੇ, ਕੁਤਰਨੇ ਨੇ, ਉਹਨਾਂ ਨੂੰ ਭੁੱਖ ਲੱਗੀ ਹੋਈ ਹੈ, ਗੋਡੀ ਦੇਣੀ, ਫਲਾਣਾ, ਇੱਧਰ ਉੱਧਰ ਖੂਹ ਗੇੜਨਾ, ਬੜਾ ਕੰਮ ਹੈ। ਮਤਲਬ ਜਿਹੜਾ ਬੰਦਾ ਕਿਰਤ ਵਿਰਤ ਦੇ ਸੁਭਾਅ ਵਾਲਾ ਹੈ, ਉਹ ਵਿਹਲਾ ਰਹਿ ਕੇ ਖੁਸ਼ੀ ਨਹੀਂ ਹੈ, ਉਹਦੇ ਵਿਹਲੇ ਦਾ ਗੁਜ਼ਾਰਾ ਹੀ ਨਹੀਂ ਹੈ। ਤੇ ਇਸ ਵਾਸਤੇ ਜਿਹਦਾ ਸੁਭਾਅ ਕੀ ਕਰਕੇ ਖਾਣਾ, ਜਿਵੇਂ ਬਾਬਾ ਬਿਧੀ ਚੰਦ ਦੇ ਭਾਈ ਪੁਰਾਣਾ ਜੀ ਨੇ ਲੁਹਾਰ ਦੀ ਭੱਠੀ ਤੇ ਲੋਹਾ ਕੁੱਟ ਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਦੇ ਹੱਥੀਂ ਪ੍ਰਸ਼ਾਦਾ ਬਣਾ ਕੇ 40 ਦਿਨ ਗਵਾਲੀਅਰ ਦੇ ਕਿਲੇ 'ਚ ਖਵਾਇਆ। ਸਰਕਾਰੀ ਪੈਸਾ 500 ਰੁਪਏ ਚੋਂ ਇੱਕ ਆਨਾ ਵੀ ਮਹਾਰਾਜ ਨੇ ਆਪ ਦੇ ਲਈ ਨਹੀਂ ਵਰਤਿਆ। ਚੋਲੇ ਦਾ, ਕੱਪੜੇ ਲੀੜੇ ਦਾ ਆਪਦੇ ਲੈ ਕੇ ਗਏ ਤੇ ਰੋਟੀ ਆਪਦੀ ਵੱਖਰੀ ਪਕਾਉਂਦੇ ਸੀ ਕਿਰਤ ਵਾਲੀ। ਸਰਕਾਰੀ ਖਜ਼ਾਨੇ ਚੋਂ ਜਿੰਨਾ ਪੈਸਾ ਉਹ ਸਾਰਾ ਹੀ ਕੜਾਹ ਪ੍ਰਸ਼ਾਦ ਤੇ ਦਾਲ ਫੁਲਕਾ 52 ਰਾਜਿਆਂ ਦਾ ਤੇ ਬਾਕੀ ਹੋਰ ਕੈਦੀਆਂ ਦਾ ਚੱਲਦਾ ਸੀਗਾ। ਤੇ ਇਸ ਵਾਸਤੇ ਇਹ ਨਾਮਦੇਵ ਤੂੰ ਦਾ ਮਾਇਆ ਚ ਮੋਹਿਆ ਹੋਇਆ, ਕਿਉਂਕਿ ਤਰਲੋਚਨ ਸ਼ਾਹੂਕਾਰ ਸੀਗਾ, ਉਹਦਾ ਵਿਹਲੇ ਬੈਠੇ ਦਾ ਸਰਦਾ ਸੀਗਾ, ਕੋਈ ਧੀ ਨਹੀਂ, ਕੋਈ ਪੁੱਤ ਨਹੀਂ, ਕੋਈ ਕਬੀਲਦਾਰੀ ਨਹੀਂ, ਪੂੰਜੀ ਮਹਾਰਾਜ ਦੀ ਕਿਰਪਾ ਨਾਲ ਬਥੇਰੀ ਸੀਗੀ ਤੇ ਚਾਹੁੰਦਾ ਸੀ ਮੈਨੂੰ ਰੱਬ ਮਿਲ ਜਾਏ। ਇਸ ਲਈ ਖੋਜ ਕਰਦਾ ਸੀ ਵੀ ਰੱਬ ਨੂੰ ਮਿਲਾਉਣ ਵਾਲਾ ਕੋਈ ਸੰਤ ਮੈਨੂੰ ਪ੍ਰਾਪਤ ਹੋ ਜਾਏ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਜਦ ਆ ਕੇ ਵੇਖਿਆ ਤੇ ਉਹ ਕਹੇ ਵੀ ਮੇਰਾ ਕੰਮ ਪਹਿਲਾਂ ਕਰੋ, ਨਾਮਦੇਵ ਕਹਿੰਦਾ ਨਹੀਂ ਬਈ, ਜਿਹਦੀ ਪਹਿਲਾਂ ਵਾਰੀ ਆ ਪਹਿਲਾਂ ਦੇਖੇਗਾ ਉਹਦਾ ਪਹਿਲਾਂ ਕੰਮ ਹੋਊਗਾ। ਤੇ ਕੋਈ ਕਹਿੰਦਾ ਵੀ ਮੈਂ ਇੰਨੇ ਪੈਸੇ, ਕਹਿੰਦੇ ਨਹੀਂ ਇੰਨੇ ਨਹੀਂ, ਇੰਨੇ ਲੱਗਣਗੇ। ਇਹਨਾਂ ਰੌਲਾ ਪੈ ਰਿਹਾ ਉੱਥੇ ਗਾਹਕਾਂ ਦਾ, ਕਿਉਂਕਿ ਨਾਮਦੇਵ ਜੀ ਪੈਸੇ ਘੱਟ ਲੈਂਦੇ ਸੀ, ਕੰਮ ਸੁਥਰਾ ਕਰਦੇ ਸੀ। ਗਾਹਕ ਜਾਂਦਾ ਵੀ ਉੱਥੇ ਆ, ਅਗਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਬੇਈਮਾਨ ਹੈ, ਇਮਾਨਦਾਰ। ਨਾਮਦੇਵ ਜੀ ਇਮਾਨਦਾਰ ਸਨ। ਨਾਮਾ ਮਾਇਆ ਮੋਹਿਆ, ਨਾਮਦੇਵ ਤਾਂ ਧੰਦੇ 'ਚ ਖਚਦ ਮਾਇਆ ਦਾ ਮੋਹਿਆ ਹੋਇਆ ਹੈ। ਕਹਿ ਤਲੋਚਨ ਮੀਤ, ਤਲੋਚਨ ਸ਼ਾਹੂਕਾਰ ਉਹਦਾ ਮਿੱਤਰ ਇਹ ਗੱਲ ਆਂਦਾ ਹੈ ਤੇ ਮੂੰਹ ਤੇ ਆਂਦਾ ਹੈ। ਪਿੱਠ ਪਿੱਛੇ ਜੇ ਕਰੀਏ ਤਾਂ ਨਿੰਦਿਆ ਹੁੰਦੀ ਹੈ, ਜੇ ਮੂੰਹ ਤੇ ਗੱਲ ਕਰ ਦਈਏ ਤਾਂ ਉਹ ਨਿੰਦਿਆ ਨਹੀਂ ਹੁੰਦੀ। ਨਾ ਕੋਈ ਚੁਗਲੀ ਦਾ ਦੋਸ਼ ਲੱਗਦਾ, ਗਲਤੀ ਹੈ ਜਾਂ ਕੁਛ ਵੀ ਔਗਣ ਹੈ ਜਾਂ ਘਾਟ ਹੈ ਤਾਂ ਅਗਲੇ ਦੇ ਮੂੰਹ ਤੇ ਕਹਿਣ ਦਾ ਕੋਈ ਦੋਸ਼ ਨਹੀਂ। ਤੋ ਗੱਲ ਮੂੰਹ ਤੇ ਸਾਫ਼ ਸੁਥਰੀ ਕਹੀ, ਪਿੱਠ ਪਿੱਛੇ ਨਿੰਦਿਆ ਨਹੀਂ ਕੀਤੀ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੀ ਸ਼ੀਪੋ ਸ਼ਾਈ ਲੈ। ਸ਼ਾਲਾ ਛਾਪ ਛਾਪ ਕੇ ਕੀ ਤੂੰ ਕਾਰੋਬਾਰ 'ਚ ਖਚਦ ਹੋਇਆ ਪਿਆ। ਰਾਮ ਨਾ ਲਾਭ ਹੋਚੀ ਦੇ ਨਾਮਦੇਵ, ਰਮੇ ਹੋਏ ਵਾਹਿਗੁਰੂ ਨਾਲ ਚਿੱਤ ਕਿਉਂ ਨਹੀਂ ਲਾਇਆ ਹੋਇਆ ਤੂੰ? ਤਾਂ ਨਾਮਦੇਵ ਜੀ ਕਹਿੰਦਾ ਹੇ ਤਰਲੋਚਨ ਮਿੱਤਰ ਸੁਣ, ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ। ਇੱਕ ਵਾਰ ਤੁਸੀਂ ਵੀ ਉੱਚੀ ਬੋਲ ਕੇ ਕਹਿ ਦਿਓ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਤਾਂ ਜ਼ਬਾਨ ਨੇ ਆਖਣਾ ਹੈ ਤੇ ਮੇਰੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰ ਰਹੀ ਹੈ। ਭਗਤ ਨਾਮਦੇਵ ਜੀ ਨੇ ਉੱਤਰ ਦਿੱਤਾ, ਕਹਿੰਦੇ ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕੰਮ ਹੱਥ ਪੈਰ ਕਰ ਰਹੇ ਨੇ
ਤੇ ਜਿਹੜਾ ਚੇਤੇ ਕਰਨਾ ਉਹ ਨਿਰੰਜਨ ਨੂੰ ਚਿੱਤ ਦੇ ਨਾਲ ਮੈਂ ਚੇਤੇ ਕਰ ਰਿਹਾ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਧਰੋ, ਰਸਨਾ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਨ ਘਟੈ, ਮੈਂ ਤੋ ਮੋਲ ਮਹਿੰਗੀ ਲਈ, ਜੀਏ ਸਟੈ ਰਹਾਉ। ਇਹ ਭਗਤ ਨਾਮਦੇਵ ਜੀ ਦਾ ਪ੍ਰੇਮ ਸੀਗਾ। ਸੋ ਇਸ ਵਾਸਤੇ ਜਿਹੜਾ ਧੰਦਾ ਹੈ ਉਹ ਹੱਥਾਂ ਦਾ ਨਹੀਂ ਹੈ। ਕਿਤੇ ਆਪਦੇ ਘਰ ਰੋਟੀ ਖਾਣ ਵਾਲਾ ਟੇਬਲ ਹੀ ਸਾਫ਼ ਕਰਕੇ ਦੇਖਿਓ। ਕਈ ਵਾਰ ਮੈਂ ਮਹਿਸੂਸ ਕੀਤਾ ਹੈ ਕਿ ਆਪਾਂ ਦੂਸਰੇ ਤੇ ਡਿਪੈਂਡ ਹੁੰਦੇ ਆ, ਤੇ ਲਿਆ ਬੀਬੀ ਚਾਹ, ਲਿਆ ਬੀਬੀ ਪਾਣੀ। ਆਪਦੀ ਰੋਟੀ ਖਾਣ ਵਾਲਾ ਹੀ ਟੇਬਲ ਜੇ ਆਪਦੇ ਹੱਥ ਨਾਲ ਸਾਫ਼ ਕਰ ਲਈਏ, ਮਨ ਬੜਾ ਖੁਸ਼ ਹੁੰਦਾ, ਕਿਉਂਕਿ ਸਫਾਈ ਦੇ ਨਾਲ ਜੇ ਆਪਦੇ ਪ੍ਰਸ਼ਾਦ ਪਾਣੀ ਛਕੀਏ ਕਿੰਨਾ ਮਨ ਖੁਸ਼ ਹੋਊਗਾ। ਤੇ ਇਸ ਵਾਸਤੇ ਕਮਰੇ ਦੀ ਆਪਦੀ ਸ਼ੀਸ਼ੇ ਵਾਲੀ ਬਾਰੀ ਹੋਈ ਆਪਦੇ ਹੱਥ ਨਾਲ ਸਾਫ਼ ਕਰਕੇ ਵੇਖੀਏ, ਕਿੰਨਾ ਮਨ ਪ੍ਰਸੰਨ ਹੋਊਗਾ। ਵੇਖੋ ਮਿੱਟੀ ਘੱਟਾ ਪਿਆ ਹੋਇਆ ਸੀ, ਆਪਾਂ ਸਾਫ਼ ਕਰ ਲਈ, ਕਿੰਨਾ ਸੋਹਣਾ ਦਿਖਦਾ ਹੈ। ਆਪਦੇ ਘਰ ਦਾ ਕੰਮ ਕਿਸੇ ਕੰਮ ਵਾਲੀ ਕੋ ਕਰਾਉਣ ਦੀ ਬਜਾਏ ਖੁਦ ਆਪ ਝਾੜੂ ਫੇਰੀਏ। ਬਾਹਰਲੇ ਦੇਸ਼ ਕਿਉਂ ਤਰੱਕੀ ਤੇ ਹਨ? ਅਸੀਂ ਕੁਝ ਵੀ ਕਰਨਾ ਹੋਏ, ਭਾਂਡੇ ਮਾਂਜਣ ਵਾਲੀ ਵੱਖਰੀ ਲਾਈ ਹੈ, ਰੋਟੀਆਂ ਪਕਾਉਣ ਵਾਲੀ ਵੱਖਰੀ ਲਾਈ ਹੈ, ਕੱਪੜੇ ਧੋਣ ਵਾਲੀ ਵੱਖਰੀ ਲਾਈ ਹੈ। ਕਿ ਕਿਸੇ ਧੀ ਪੁੱਤ ਦਾ ਵਿਆਹ ਆ ਗਿਆ, ਪਤਾ ਨਹੀਂ ਕਿੱਥੋਂ ਲੋਕ ਆਏ ਹੋਏ ਨੇ, ਕੀ ਖਾਂਦੇ ਨੇ, ਕੀ ਪੀਂਦੇ ਨੇ, ਉੱਠ ਕੇ ਨਹਾਉਂਦੇ ਵੀ ਕਿ ਨਹੀਂ ਨਹਾਉਂਦੇ। ਬੜਾ ਕੁਝ ਦੁਨੀਆ ਚੱਲਦਾ। ਮੁਸਲਮਾਨ ਨੇ ਕਿ ਕੌਣ ਨੇ, ਤੋ ਉਹਨਾਂ ਦੇ ਹੱਥੋਂ, ਤੰਬਾਕੂ ਬੀੜੀ ਵਾਲਿਆਂ ਦੇ ਹੱਥੋਂ ਵਰਦੀਆਂ ਸੋਹਣੀਆਂ ਕੰਪਨੀ ਨੇ ਦਿੱਤੀਆਂ ਹੁੰਦੀਆਂ ਨੇ, ਤੇ ਬਹਿਰਿਆਂ ਦੇ ਹੱਥੋਂ ਆਪਾਂ ਬੜਾ ਪਸੰਦ ਕਰਦੇ ਆ। ਤੋ ਆਪ ਬਣਾ ਕੇ ਤੇ ਆਪ ਦੇ ਹੱਥੀਂ ਖਾਣ ਦਾ ਸ਼ੌਂਕ ਨਹੀਂ ਹੈ। ਹਲਵਾਈ ਆਦਿਕ ਜਾਂ ਹੋਰ ਵਰਤਾਵਿਆਂ ਨੂੰ ਸੱਦ ਬੁਲਾ ਕੇ, ਤੇ ਮਾਇਆ ਤੇਲਾ ਮਹਾਰਾਜ ਦੀ ਕਿਰਪਾ ਨਾਲ ਬਥੇਰਾ ਹੈ, ਕੰਮ ਕਰਨ ਦੀ ਲੋੜ ਹੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਣੀ ਦੀ ਪਿਆਸ ਲੱਗੀ ਸੀ, ਤੇ ਗੁਰੂ ਮਹਾਰਾਜ ਨੇ ਪਾਣੀ ਮੰਗਿਆ। ਸੇਵਾਦਾਰ ਗੜਵਈ ਸਿੱਖ ਕੋਲ ਨਹੀਂ ਸੀਗਾ। ਇਹ ਸਾਡੇ ਮੈਟਰ ਦੀ ਕਿਤਾਬ ਦੇ ਵਿੱਚ ਕਵਿਤਾ ਹੁੰਦੀ ਸੀ। ਤੇ ਇੱਕ ਸ਼ਾਹੂਕਾਰਾਂ ਦੇ ਮੁੰਡੇ ਨੇ ਪਾਣੀ ਦਾ ਕਟੋਰਾ ਫੜ ਕੇ ਮਹਾਰਾਜ ਨੂੰ ਫੜਾਇਆ, ਤੇ ਗੁਰੂ ਸਾਹਿਬ ਨੇ ਡੋਲਤਾ। ਕਹਿੰਦਾ ਜੀ ਤੁਸੀਂ ਪੀਤਾ ਨਹੀਂ, ਪਾਣੀ ਡੋਲਿਆ ਕਿਉਂ? ਮਹਾਰਾਜ ਕਹਿੰਦੇ ਮੁਰਦਾ ਸਰੀਰ ਨਾਲ ਟੱਚ ਕਰਨ ਤੋਂ ਜਲ ਛਕਣ ਦੇ ਯੋਗ ਨਹੀਂ ਰਿਹਾ, ਅਪਵਿੱਤਰ ਹੋ ਗਿਆ। ਕਹਿੰਦਾ ਜੀ ਮੈਂ ਤਾਂ ਜਿਉਂਦਾ ਹਾਂ। ਸਤਿਗੁਰੂ ਜੀ ਕਹਿੰਦੇ ਤੈਨੂੰ ਕਦੀ ਵੇਖਿਆ ਤਾਂ ਹੈ ਨਹੀਂ। ਕਹਿੰਦੇ ਜੀ ਆਉਂਦਾ ਮੈਂ ਡੇਲੀ ਆ, ਕਿਉਂਕਿ ਨਿਗਾਹ 'ਚ ਤਾਂ ਉਹੀ ਬੰਦਾ ਆਉਂਦਾ ਜਿਹੜਾ ਸੇਵਾ ਸੁਭਾ ਕਰਦਾ। ਕਹਿੰਦੇ ਕਰਦਾ ਕੀ ਹੁੰਦਾ? ਕਹਿੰਦਾ ਜੀ ਘਰ 'ਚ ਬੜੇ ਨੌਕਰ ਚਾਕਰ ਨੇ, ਕਰਨ ਦਾ ਸੁਭਾਅ ਹੀ ਨਹੀਂ, ਤੋ ਵਿਹਲੇ ਰਹਿ ਕੇ ਛਕਣ ਦਾ ਸੁਭਾਅ। ਤੇ ਮਹਾਰਾਜ ਮੈਂ ਕਦੀ ਕੀਤਾ ਹੀ ਨਹੀਂ ਕੋਈ ਕੰਮ। ਕਹਿੰਦੇ ਆ ਹੱਥ ਆਪਣੇ ਵਿਖਾ, ਰੂਹ ਤੋਂ ਵੀ ਨਰਮ ਇਸੇ ਕਰਕੇ। ਇਸ ਲਈ ਸੇਵਾ ਬਿਨਾ ਮੁਰਦਾ ਹੈ। ਫਿਰ ਉਹਨੇ ਮਾਫੀ ਮੰਗੀ, ਜੀ ਗਲਤੀ ਹੈ ਤਾਂ ਮਾਫ ਕਰੋ ਜੀ, ਮੈਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਸੀ, ਜਾਣਕਾਰੀ ਨਹੀਂ ਸੀ। ਗੁਰੂ ਸਾਹਿਬ ਕਹਿਣ ਲੱਗੇ ਸੇਵਾ ਕਰਕੇ ਜਿਉਂਦਾ ਹੋਏਗਾ। ਫਿਰ ਉਹ ਬਰਤਨ ਮਾਂਜਣ ਦੀ, ਲੰਗਰ ਪਕਾਉਣ ਵਰਤਾਉਣ ਦੀ ਸੇਵਾ ਕਰਨ ਲੱਗਾ, ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਸਫਲਤਾ ਪ੍ਰਾਪਤ ਹੋਈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਜਿੰਦਿਆ ਵਰ ਪਾਵਣਾ, ਹਉਮੈ ਵਿੱਚੋਂ ਜਾਏ। ਮੈਂ ਗੱਲ ਕਰ ਰਿਹਾ ਸੀ ਕੰਮ ਦੀ। ਸੋ ਗੁਰੂ ਘਰ ਦੀ ਸੇਵਾ ਕਰਨ ਤੋਂ ਤਾਂ ਮਨ ਪ੍ਰਸੰਨ ਹੁੰਦਾ ਹੀ ਹੁੰਦਾ ਹੈ, ਤੇ ਆਪ ਦੀ ਰੋਜੀ ਰੋਟੀ ਵਾਸਤੇ ਖੁਦ ਆਪ ਦਾ ਜੁਗਾੜ ਲੜਾਈਏ, ਆਪ ਹੱਥੀਂ ਕਿਰਤ ਕਰੀਏ, ਮਨ ਬਹੁਤ ਖੁਸ਼ ਰਹੇਗਾ। ਸਾਡੇ ਮੁੰਡੇ ਚਿੱਟਾ ਕਿਉਂ ਪੀਂਦੇ ਨੇ, ਫੀਮ ਕਿਉਂ ਖਾਂਦੇ, ਭੁੱਕੀ ਡੋਡੇ ਨਸ਼ੇ ਵਰਤ ਕੇ ਲੰਮੇ ਕਿਉਂ ਪਏ ਰਹਿੰਦੇ, ਬਿਮਾਰ ਕਿਉਂ ਰਹਿੰਦੇ ਨੇ? ਕਾਰਨ ਕੀ ਹੈ? ਵੀ ਹੱਥੀਂ ਕੰਮ ਕਰਨਾ ਛੱਡ ਦਿੱਤਾ। ਬਜ਼ੁਰਗ ਬਾਬੇ ਸਾਡੇ ਜਿਨ੍ਹਾਂ ਕਮਾਈਆਂ ਕੀਤੀਆਂ ਤੇ ਬੜੇ ਬੜੇ ਖੂਹ ਗੇੜ ਕੇ ਪੈਲੀਆਂ ਨੂੰ ਸਿੰਜਿਆ, ਹਲ ਵਾਇਆ, ਵੇਖੋ ਅੱਜ ਵੀ ਉਹ ਤੰਦਰੁਸਤ ਨੇ, ਖੁਰਾਕ ਪਾਣੀ ਲੱਗਦਾ ਵੀ ਉਹਨੂੰ ਹੈ।
ਸੋ ਸਾਡਾ ਦੇਸ਼ ਨਿੱਘਰਦਾ ਕਿਉਂ ਜਾ ਰਿਹਾ ਹੈ? ਕਿਤੇ ਜਾ ਕੇ ਵੇਖ ਲਓ। ਉਹ ਕਿਸੇ ਨੇ ਚੁਟਕਲਾ ਬਣਾਇਆ, ਕਹਿੰਦੇ ਕੋਈ ਗੋਰਾ ਆਇਆ ਇੰਡੀਆ ਦੇ ਵਿੱਚ ਤੇ ਉਹਨੇ ਪੁੱਛਿਆ, ਕਿਸੇ ਨੇ ਪੁੱਛਿਆ ਉਹਨੂੰ ਵੀ ਤੂੰ ਕੀ ਵੇਖਿਆ ਇੱਥੇ, ਤੈਨੂੰ ਇੱਥੇ ਕੀ ਮਹਿਸੂਸ ਹੋਇਆ? ਕਹਿੰਦਾ ਵੀ ਮੈਨੂੰ ਇੱਥੇ ਪਰਮਾਤਮਾ ਮਹਿਸੂਸ ਹੋਇਆ ਕਿ ਉਹ ਹਾਜ਼ਰ ਨਾਜ਼ਰ ਹੈ, ਪ੍ਰਤੱਖ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਮੈਂ ਜਿੱਥੇ ਵੀ ਗਿਆ, ਕਿਸੇ ਸਕੂਲ ਕਾਲਜ ਚਲੇ ਜਾਓ, ਸਾਰੇ ਪ੍ਰੋਫੈਸਰ ਟੀਚਰ ਕਾਨਫਰੰਸ ਹਾਲ ਵਿੱਚ ਬੈਠੇ, ਜਾਂ ਤਾਂ ਚਾਹ ਪੀਂਦੇ ਹੋਣਗੇ, ਜਾਂ ਗੱਪਸ਼ਪ ਕਰਦੇ ਹੋਣਗੇ, ਜਾਂ ਰੋਟੀ ਖਾਂਦੇ ਹੋਣਗੇ। ਕਿਤੇ ਆਫੀਸਰ ਦੇ ਆਫਿਸ ਚਲੇ ਜਾਓ, ਵੱਡੀ ਸਾਰੀ ਲਾਈਨ ਲੱਗੀ ਹੋਊਗੀ, ਐਫੀਡੈਵਿਟ ਹੱਥ 'ਚ ਹੋਣਗੇ ਤੇ ਸਾਹਿਬ ਟੋਇਲਟ ਗਏ ਨੇ, ਸਾਹਿਬ ਮੀਟਿੰਗ ਤੇ ਗਏ ਨੇ, ਸਾਹਿਬ ਛੁੱਟੀ ਤੇ ਨੇ, ਸਾਹਿਬ ਲੰਚ ਤੋਂ ਬਾਅਦ ਆਉਣਗੇ, ਸਾਹਿਬ ਲੰਚ ਤੋਂ ਪਹਿਲਾਂ ਹੋ ਕੇ ਚਲੇ ਗਏ ਨੇ, ਸਾਹਿਬ ਇੰਜ ਦੇ ਸਾਹਿਬ ਉਂਝ। ਕੋਈ ਵੀ ਬੰਦਾ ਕੰਮ ਕਰਕੇ ਰਾਜੀ ਨਹੀਂ, ਪਰ ਕੰਮ ਫਿਰ ਵੀ ਚੱਲ ਰਿਹਾ। ਤੇ ਇਸ ਵਾਸਤੇ ਇਹ ਰੱਬ ਦੀ ਕੁਦਰਤ ਹੀ ਹੈ। ਵੇਖੋ ਸਭ ਕੁਝ ਚੌਪਟ ਹੋਇਆ ਪਿਆ ਤੇ ਰੱਬ ਦੀ ਕਿਰਪਾ ਸਮਝਣੀ ਚਾਹੀਦੀ, ਫਿਰ ਉਹਦਾ ਨਾਮ ਤਾਂ ਜਪਣਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸੀ ਵੀ ਬਾਹਰਲੀਆਂ ਕੰਟਰੀਆਂ, ਬਾਹਰਲੇ ਦੇਸ਼ ਤਰੱਕੀ ਵਿੱਚ ਕਿਉਂ ਨੇ? ਮੁੰਡੇ ਸਾਡੇ ਇੱਥੇ ਤਾਂ ਕੰਮ ਕਰਕੇ ਰਾਜੀ ਨਹੀਂ, ਪਰ ਜਦੋਂ ਬਾਹਰ ਜਾਂਦੇ ਨੇ ਉੱਥੋਂ ਦਾ ਸਰਕਲ ਹੀ ਇਸ ਤਰ੍ਹਾਂ ਦਾ ਵੀ ਵਿਹਲਾ ਬੰਦਾ ਬੈਠ ਹੀ ਨਹੀਂ ਸਕਦਾ, ਕੰਮ ਕਰਨਾ ਹੀ ਪਊਗਾ। ਖੁਦ ਬਰਾਕ ਓਬਾਮਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਰਿਹਾ, ਉਹ ਖੁਦ ਨੌਕਰੀ ਕਰਦਾ ਆਪਦੇ ਆਫਿਸ 'ਚ, ਖੁਦ ਆਪ ਦਾ ਕੰਮ ਪਹਿਲਾਂ ਵੀ ਕਰਦਾ, ਹੁਣ ਵੀ ਆਪਦੀ ਉਹ ਬਾਗ ਬਗੀਚੇ ਵਿੱਚ ਖੁਦ ਆਪਦੀ ਗੋਡੀ ਕਰਦਾ। ਕਹਿਣ ਤੋਂ ਭਾਵ ਇਹ ਕਿ ਗੁਰੂਆਂ ਦਾ ਹੁਕਮ ਵੀ ਹੈ, ਕੰਮ ਕਰਨ ਵਾਲਾ ਇਨਸਾਨ ਗਲਤ ਰਸਤੇ ਨਹੀਂ ਤੁਰਦਾ, ਨਸ਼ਿਆਂ ਦੇ ਵਿੱਚ ਨਹੀਂ ਵਰਤਦਾ, ਔਰ ਉਹਦਾ ਮਨ ਪ੍ਰਸੰਨ ਹੋ ਕੇ ਸਰੀਰ ਪੂਰਾ ਥਕਾਵਟ ਦੇ ਸਹਿਤ, ਫਿਰ ਪੂਰੇ ਆਰਾਮ ਦੇ ਵਿੱਚ, ਨੀਂਦ ਵੀ ਪੂਰੀ, ਭੁੱਖ ਵੀ ਪੂਰੀ। ਤੇ ਇਸ ਲਈ ਮੈਂ ਬੇਨਤੀ ਕਰ ਰਿਹਾ ਸੀ ਵੀ ਧੰਦਾ ਹੱਥਾਂ ਦਾ ਨਹੀਂ, ਧੰਦਾ ਮਨ ਦਾ ਹੈ। ਵਿਹਲਾ ਮਨ ਸ਼ੈਤਾਨੀ ਦਾ ਘਰ। ਅਸੀਂ ਭਾਵੇਂ ਵਿਹਲੇ ਆ ਤੇ ਪਰ ਫਿਰ ਵੀ ਸਾਡਾ ਮਨ ਧੰਦਿਆਂ ਦੇ ਵਿੱਚ ਹੈ। ਮਨ ਧੰਦਾ ਬੰਦਾ ਕਿਰਤ ਕਮਾਏ। ਜਿਹੜਾ ਮਨ ਹੈ ਇਹ ਧੰਦਿਆਂ ਦੇ ਵਿੱਚ ਬੱਧਾ ਹੋਇਆ ਤੇ ਸਾਧ ਸੰਗਤ ਜੀ ਆਪਣੇ ਆਪ ਦੇ ਵਿੱਚ ਹੀ ਬਿਜ਼ੀ ਹੈ। ਪਾਤਸ਼ਾਹ ਜੀ ਕਥਨ ਕਰਦੇ ਹਨ, ਮਹੱਲਾ ਤੀਜਾ। ਮਹੱਲਾ ਤੀਜਾ। ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਧੰਦਾ ਤਾਵਤ ਦਿਨ ਗਿਆ। ਜਿਹੜੇ ਮਨਮੁਖ ਜੀਵ ਨੇ 24 ਘੰਟੇ ਕੰਮ ਕੀ ਹੋਇਆ, ਗਲ ਫਾਹ ਹੀ ਪੈ ਗਿਆ। ਤੇ ਇਸ ਵਾਸਤੇ ਘੜੀ ਘੰਟਾ ਨਾ ਸਵੇਰੇ ਨਾ ਸ਼ਾਮ ਗੁਰਦੁਆਰੇ ਵਾਸਤੇ ਕੱਢਿਆ ਹੀ ਨਹੀਂ, ਸੰਗਤ ਵਿੱਚ ਆਇਆ ਹੀ ਨਹੀਂ। ਇਹ ਉਹ ਮਨਮੁਖ ਜੀਵਨ ਦਾ ਧੰਦਿਆਂ ਵਿੱਚ ਦੌੜਦਿਆਂ ਹੋਇਆ ਦਿਨ ਬਤੀਤ ਹੋ ਗਿਆ, ਲੰਘ ਗਿਆ ਹੈ। ਰਹਿਣ ਗਵਾਈ ਸੋਏ। ਅਤੇ ਜਿਹੜੀ ਰਾਤ ਹੈ ਥੱਕ ਟੁੱਟ ਕੇ ਸੌਂ ਕੇ ਗਵਾ ਦਿੱਤੀ ਹੈ, ਮਤਲਬ ਕਿਸੇ ਵੇਲੇ ਵੀ ਭਜਨ ਨਹੀਂ ਕੀਤਾ ਹੈ। ਸਲੋਕ ਕਬੀਰ ਕਸੌਟੀ ਰਾਮ ਕੀ। ਮਾਫ ਕਰਨਾ ਜੀ, ਗਲਤੀ ਨਾਲ ਹਵਾ ਪੱਖੇ ਪੁੱਖੇ ਚੱਲ ਰਹੇ, ਪਰ ਉਹ ਪੱਖਾ ਚਲਾ ਦੇ, ਇੱਧਰ ਬੰਦ ਕਰ ਦੇ। ਉਹ ਪੱਤਰਾ ਗਲਤੀ ਦੇ ਨਾਲ ਪਲਟਿਆ ਗਿਆ ਤੇ ਇਸ ਵਾਸਤੇ ਪੰਕਤੀ ਰੋਂਗ ਪੜੀ ਗਈ ਹੈ, ਮਾਫ ਕਰਨਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸ਼ੁਰੂ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਧੰਦਾ ਤਾਵਤ ਦਿਨ ਗਿਆ। ਮਨਮੁਖ ਜੀਵਨ ਦਾ ਧੰਦਿਆਂ ਵਿੱਚ ਦੌੜਦਿਆਂ
ਦਿਨ ਬਤੀਤ ਹੋ ਗਿਆ। ਰੈਣ ਗਵਾਈ ਸੋਏ। ਅਤੇ ਜਿਹੜੀ ਰਾਤ ਹੈ ਉਹ ਸੌਂ ਕੇ ਗੁਜ਼ਾਰ ਦਿੱਤੀ ਹੈ। ਮੇਰੇ ਵਰਗੇ ਤਾਂ ਦਿਨੇ ਵੀ ਸੁੱਤੇ ਰਹਿੰਦੇ ਨੇ, ਕੰਮ ਹੀ ਕੋਈ ਨਹੀਂ। ਇੱਥੇ ਤਾਂ ਰਾਤ ਦੀ ਗੱਲ ਹੈ, ਅਸੀਂ ਦਿਨੇ ਵੀ ਸੁੱਤੇ ਰਹਿੰਦੇ ਆ। ਰੱਬ ਹੀ ਰਾਖਾ ਹੈ। ਕੂੜਾ ਬੋਲ ਬਿਖ ਖਾਇਆ। ਝੂਠ ਬੋਲ ਕੇ ਵਿਸ਼ਿਆਂ ਰੂਪੀ ਜ਼ਹਿਰ ਹੀ ਖਾਧਾ ਹੈ, ਕਦੀ ਅੰਮ੍ਰਿਤ ਨਹੀਂ ਛਕਿਆ। ਮਨ ਮੁਖ ਚਲਿਆ ਰੋਏ। ਇਸ ਕਰਕੇ ਮਨਮੁਖ ਪੁਰਸ਼ ਦੁਨੀਆ ਤੋਂ ਰੋ ਕੇ ਦੁਖੀ ਹੋ ਕੇ ਪਰਲੋਕ ਨੂੰ ਚਲਿਆ ਜਾਂਦਾ ਹੈ। ਸਿਰਾਂ ਉੱਪਰ ਜਮ ਡੰਡ ਹੈ। ਮਨਮੁਖ ਦੇ ਸਿਰ ਤੇ ਜਮਾਂ ਦਾ ਡੰਡਾ ਤਿਆਰ ਰਹਿੰਦਾ ਹੈ, ਜਾਂ ਜਮ ਦੰਡ, ਪਿੱਤਰ ਦੰਡ, ਦੇਵ ਦੰਡ ਆਦਿਕ ਬਣਿਆ ਰਹਿੰਦਾ ਹੈ। ਦੂਜੇ ਭਾਏ ਪਤ ਖੋਏ। ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਮਨਮੁਖ ਆਪਣੀ ਇੱਜ਼ਤ ਗਵਾ ਬੈਠਦਾ ਹੈ। ਹਰ ਨਾਮ ਕਦੇ ਨਾ ਚੇਤਿਓ। ਜਿਸ ਨਾਮ ਨੂੰ ਜਪਣ ਨਾਲ ਕਾਲ ਨਿਵਰਤ ਹੁੰਦਾ ਹੈ, ਉਸ ਹਰੀ ਪ੍ਰਭੂ ਦਾ ਨਾਮ ਕਦੇ ਵੀ ਚੇਤੇ ਨਹੀਂ ਕੀਤਾ। ਪਾਤਸ਼ਾਹ ਦਾ ਹੁਕਮ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਦੂਜੇ ਪਾਏ ਮਤ ਖੋਏ। ਧਿਆਨ ਨਾਲ ਪੜੋ। ਸਿਰਾਂ ਉੱਪਰ ਜਮ ਡੰਡ ਹੈ। ਇੱਥੋਂ ਫਿਰ ਸ਼ੁਰੂ ਨਹੀਂ ਪੜ੍ਹਨਾ। ਧੰਦਾ ਤਾਵਤਾ ਦਿਨ ਗਿਆ। ਮਨਮੁਖ ਜੀਵਨ ਦਾ ਧੰਦਿਆਂ ਦੇ ਵਿੱਚ ਦੌੜਦਿਆਂ ਦਿਨ ਬਤੀਤ ਹੋ ਗਿਆ ਹੈ। ਰੈਣ ਗਵਾਈ ਸੋਏ। ਸੋ ਜਾਗਦਿਆਂ ਵੀ ਅਸੀਂ ਸੁੱਤੇ ਰਹਿੰਦੇ ਆ, ਕਿਉਂਕਿ ਅੱਖਾਂ ਤਾਂ ਖੁੱਲੀਆਂ ਹੁੰਦੀਆਂ ਨੇ, ਮਨ ਸੁੱਤਾ ਹੁੰਦਾ ਹੈ, ਕਿਉਂਕਿ ਇਕਾਗਰਤਾ ਨਹੀਂ ਹੈ। ਇਸ ਵਾਸਤੇ ਰਾਤ ਸੌਂ ਕੇ ਗਵਾ ਦਿੱਤੀ ਹੈ। ਸੋ ਜਾਗਦਾ ਹੋਇਆ ਮਨ ਵੀ ਮੋਹ ਦੀ ਨੀਂਦ ਵਿੱਚ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਕੂੜ ਬੋਲ ਬਿਖ ਖਾਇਆ। ਸਾਧ ਸੰਗਤ ਜੀ, ਕੂੜ ਕੀ ਹੈ ਤੇ ਸੱਚ ਕੀ ਹੈ? ਆਪਾਂ ਕੇਵਲ ਝੂਠ ਸੱਚ ਦੀ ਡੈਫੀਨੇਸ਼ਨ ਇਹੀ ਕਹਿੰਦੇ ਆ ਕਿ ਕਿਸੇ ਨੇ ਸਵਾਲ ਪੁੱਛਿਆ ਤੇ ਉਹਦਾ ਆਪਾਂ ਗਲਤ ਉੱਤਰ ਦਿੱਤਾ, ਮੀਨਿੰਗ ਝੂਠ ਬੋਲਿਆ। ਕਿਸੇ ਨੇ ਸਵਾਲ ਕੀਤਾ, ਉਹਦਾ ਉੱਤਰ ਆਪਾਂ ਸਹੀ ਦਿੱਤਾ, ਮੀਨਿੰਗ ਸੱਚ ਬੋਲਿਆ। ਇਹੀ ਆਪਾਂ ਸਮਝਦੇ ਹਾਂ। ਪਰ ਇਹ ਗੁਰਬਾਣੀ ਹੈ। ਗੁਰਬਾਣੀ ਵਿੱਚ ਕੇਵਲ ਨਾਮ ਦਾ ਉਪਦੇਸ਼ ਹੈ। ਸੋ ਵੈਸੇ ਦੁਨਿਆਵੀ ਤੌਰ ਤੇ ਵੀ ਝੂਠ ਸੱਚ ਬਾਬਤ ਫਰੀਦ ਸਾਹਿਬ ਦਾ ਬਚਨ ਹੈ ਕਿ ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲ ਕੇ ਖਾਂਦਾ ਹੈ ਉਹ ਮੁਰਦਾ ਖਾਂਦਾ ਹੈ। ਇਉਂ ਕਿਰਤ ਸੱਚ ਦੀ ਹੋਣੀ ਚਾਹੀਦੀ ਹੈ। ਤੇ ਬਾਕੀ ਜਿਹੜਾ ਅਸਲੀ ਅਰਥ ਹੈ ਕੂੜ ਦਾ, ਉਹ ਸਾਧ ਸੰਗਤ ਜੀਓ ਗੁਰੂ ਨਾਨਕ ਸਾਹਿਬ ਨੇ ਆਪ ਆਸਾ ਦੀ ਵਾਰ ਵਿੱਚ ਕੀਤਾ ਹੈ। ਸ਼ਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਸੋਇਨਾ, ਕੂੜ ਰੱਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ ਤੇ ਕੂੜ ਪਹਿਨਣਹਾਰ। ਇਉਂ ਮਹਾਰਾਜ ਨੇ ਤੇ ਸਾਰੇ ਜਗਤ ਨੂੰ ਕੂੜ ਹੀ ਆਖਿਆ, ਸਭ ਕੁਝ ਝੂਠ ਹੀ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇੱਕੋ ਸੱਚਾ ਹੈ ਪਰਮੇਸ਼ਰ ਦਾ ਨਾਮ। ਇੱਕ ਵਾਰ ਆਪ ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਨਾਮ ਹੀ ਸੱਚਾ ਹੈ। ਵਾਹਿਗੁਰੂ ਨਾਮ ਤੋਂ ਬਗੈਰ ਜੋ ਵੀ ਆਪਾਂ ਬੋਲਦੇ ਹਾਂ, ਕੁਛ ਵੀ ਬੋਲਦੇ ਹਾਂ, ਭਾਵੇਂ ਸੱਚ ਹੀ ਬੋਲਦੇ ਹਾਂ, ਪਰ ਉਹ ਝੂਠ ਹੈ। ਕਿਉਂਕਿ
ਸਭ ਕੁਝ ਨਾਸਵੰਤ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਤਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਸਭ ਮਿਥਿਆ ਸਭ ਝੂਠ, ਸੱਚ ਤਾਂ ਪਰ ਜਾਣੀਐ ਜਾਂ ਹਿਰਦੇ ਸੱਚਾ ਹੋਇਆ। ਸੱਚਾ ਸੁੱਚਾ ਬੰਦਾ ਉਹ ਕਹਾ ਸਕਦਾ ਹੈ ਜਿਹਦੇ ਹਿਰਦੇ 'ਚ ਵਾਹਿਗੁਰੂ ਨਾਮ ਸੱਚਾ ਵਸਿਆ ਹੋਇਆ ਹੈ। ਇਉਂ ਗਾਲੀਆਂ ਪਲਾ ਲੀਆ ਕੰਮ ਨਾ ਹੋਵੇ ਮਿੱਤ। ਜਿੰਨੀਆਂ ਗੱਲਾਂ ਨੇ ਸਭ ਝੂਠ ਵਾਲੀਆਂ ਨੇ, ਪਲਾਲ ਵਾਲੀਆਂ ਹਨ, ਪਖੰਡ ਵਾਲੀਆਂ ਹਨ, ਕੂੜ ਬੋਲ। ਵਾਹਿਗੁਰੂ ਦੇ ਨਾਮ ਤੋਂ ਬਗੈਰ ਜੋ ਵਿਸ਼ੇਵਕਾਰੀ ਗੱਲਾਂ ਬਾਤਾਂ ਕਰਨੀਆਂ ਨੇ, ਇਹ ਸਾਧ ਸੰਗਤ ਜੀ ਕੂੜ ਬੋਲਣਾ ਹੈ। ਝੂਠ ਬੋਲ ਕੇ ਵਿਸ਼ਿਆਂ ਰੂਪੀ ਜ਼ਹਿਰ ਹੀ ਖਾਂਦਾ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਕੀ ਬਿਦ ਨੈਨੋ ਡੀਠੀ। ਅੰਮ੍ਰਿਤ ਨੂੰ ਕੌੜਾ ਸਮਝ ਲਿਆ ਤੇ ਜਿਹੜੀ ਜ਼ਹਿਰ ਸੀ ਉਹਨੂੰ ਮਿੱਠਾ ਕਰਕੇ ਖਾ ਲਿਆ। ਮਨਮੁਖ ਚਲਿਆ ਰੋਏ। ਇਸ ਕਰਕੇ ਜਦ ਮਨਮੁਖ ਮਰ ਕੇ ਯਮਾਂ ਦੇ ਘਰ ਜਾਂਦਾ ਤੇ ਝੂਠ ਵਾਲਾ ਤੇ ਵਿਕਾਰਾਂ ਰੂਪੀ ਜ਼ਹਿਰ ਵਾਲਾ ਜਾਂ ਨਸ਼ਿਆਂ ਦੀ ਜ਼ਹਿਰ ਵਾਲਾ ਬੰਦਾ ਦੁਨੀਆ ਤੋਂ ਰੋ ਕੇ ਦੁਖੀ ਹੋ ਕੇ ਪਰਲੋਕ ਨੂੰ ਚਲਿਆ ਜਾਂਦਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੇਰਾ ਉੱਪਰ ਜਮ ਡੰਡ ਹੈ। ਮਨਮੁਖ ਦੇ ਸਿਰ ਉੱਤੇ ਜਮਾਂ ਦਾ ਡੰਡਾ ਤਿਆਰ ਰਹਿੰਦਾ ਹੈ। ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੈ ਨਵੇਰਾ। ਜਿਹੜੇ ਮੂਰਖ ਬੰਦੇ ਹੁੰਦੇ ਨੇ, ਮੂਰਖ, ਜਦ ਉਹਨਾਂ ਦੇ ਸਿਰ 'ਚ ਡੰਡਾ ਵੱਜੇ ਤਾਂ ਉਹਨਾਂ ਨੂੰ ਮੱਤ ਆਉਂਦੀ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜਮਾਂ ਦਾ ਡੰਡਾ ਤਿਆਰ ਹੈ ਭਾਈ। ਦੂਜਾ ਭਾਈ ਪਤ ਖੋਏ। ਜਾਂ ਜਮ ਡੰਡ, ਪਿੱਤਰ ਦੰਡ, ਦੇਵ ਦੰਡ, ਟੈਕਸ ਸਾਧਕ ਬਣਿਆ ਰਹਿੰਦਾ। ਦਵੈਤ ਭਾਵ ਦੇ ਵਿੱਚ ਲੱਗਣੇ ਕਰਕੇ ਮਨਮੁਖ ਆਪਣੀ ਇੱਜ਼ਤ ਗਵਾ ਬੈਠਦਾ ਹੈ। ਹਰ ਨਾਮ ਕਦੇ ਨਾ ਛੇਤਿਓ। ਜਿਸ ਨਾਮ ਨੂੰ ਜਪਣ ਨਾਲ ਕਾਲ ਨਿਵਰਤ ਹੁੰਦਾ ਹੈ, ਉਹ ਹਰੀ ਪ੍ਰਭੂ ਦਾ ਨਾਮ ਕਦੀ ਯਾਦ ਹੀ ਨਹੀਂ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਮਹਾਰਾਜ ਕਹਿੰਦੇ ਨੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਧਰੂ ਤੇ ਪ੍ਰਹਿਲਾਦ ਦੀ ਤਰ੍ਹਾਂ ਭਾਈ ਛੋਟੀ ਉਮਰ ਤੋਂ ਹੀ ਨਾਮ ਜਪਣਾ ਆਰੰਭ ਕਰ ਦਿਓ। ਸੋ ਜ਼ਰੂਰੀ ਨਹੀਂ ਵੀ ਇਹ ਕੰਮ ਬਜ਼ੁਰਗਾਂ ਦਾ ਹੈ, ਵੱਡੀ ਉਮਰ ਵਾਲਿਆਂ ਦਾ ਹੈ। ਕਿਸੇ ਵੀ ਉਮਰ ਦੇ ਵਿੱਚ ਅਸੀਂ ਨਾਮ ਦਾ ਚਿੰਤਨ ਕਰ ਸਕਦੇ ਹਾਂ, ਪਰ ਕਿਸੇ ਵੀ ਉਮਰ 'ਚ ਆਪਾਂ ਕਿਸੇ ਵੀ ਸਮੇਂ ਨਾਮ ਨੂੰ ਚੇਤੇ ਨਹੀਂ ਕੀਤਾ। ਫਿਰ ਆਵਣ ਜਾਣਾ ਹੋਏ। ਉਸ ਬੰਦੇ ਦਾ ਮੁੜ 84 ਲੱਖ ਦੂਣਾ ਚ ਆਉਣਾ ਜਾਣਾ ਹੁੰਦਾ। 84 ਦੇ ਫੇਰੇ ਵਿੱਚ ਆਉਣਾ ਜਾਣਾ ਹੋ ਜਾਂਦਾ ਹੈ। ਗੁਰ ਬਰਸਾਤੀ ਹਰ ਮਨ ਵਸੈ। ਪਰ ਜਿਸ ਦੇ ਗੁਰਾਂ ਦੀ ਕਿਰਪਾ ਦੁਆਰਾ ਹਰੀ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ, ਹਿਰਦੇ ਵਿੱਚ ਵਸ ਜਾਏ। ਜਮ ਡੰਡ ਨ ਲਾਗੈ ਕੋਏ। ਉਸ ਦੇ ਤਾਈਂ ਕੋਈ ਵੀ ਜਮ ਡੰਡ ਆਦਿਕ ਨਹੀਂ ਲੱਗਦਾ। ਭਾਵ ਪੁਰਖ ਮੁਕਤ ਰੂਪ ਹੋ ਜਾਂਦਾ ਹੈ। ਨਾਨਕ ਸਹਿਜੇ ਮਿਲ ਰਹਾ। ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਉਹ ਪੁਰਖ ਗਿਆਨ ਸਰੂਪ ਜਾਂ ਸਹਿਜ ਸਰੂਪ ਦੇ ਆਨੰਦ ਵਿੱਚ ਮਿਲਿਆ ਰਹਿੰਦਾ ਹੈ। ਕਰਮ ਬਰਾਬਦ ਹੋਏ। ਕਿਉਂਕਿ ਉਹਨੂੰ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਪੂਰੇ ਸਤਿਗੁਰੂ ਦੁਆਰਾ ਨਾਮ ਜੋ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਕਰਮ ਬਰਾਬਦ ਹੋਏ। ਜਿਸ ਦੇ ਨਿਸ਼ਕਾਮ ਕਰਮ ਕੀਤੇ ਹੋਣ ਉਹਨੂੰ ਪੂਰਾ ਸਤਿਗੁਰੂ ਪ੍ਰਾਪਤ ਹੁੰਦਾ ਤੇ ਉਹਨੂੰ ਸਤਿਗੁਰਾਂ ਦੁਆਰਾ ਗਿਆਨ ਪ੍ਰਾਪਤ ਹੁੰਦਾ ਤੇ ਉਹ ਗਿਆਨ ਦੁਆਰਾ ਸਹਿਜ ਸਰੂਪ ਦੇ ਵਿੱਚ ਮਿਲਿਆ ਰਹਿੰਦਾ ਹੈ। ਪੌੜੀ। ਜੇ
ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਏਕ ਆਪਣੀ ਸਿਫਤੀ ਲਾਏ ਆਨ, ਪਰਮੇਸ਼ਰ ਨੇ ਇਕਨਾਂ ਨੂੰ ਆਪ ਦੀ ਸਿਫਤੀ ਦੇ ਵਿੱਚ, ਆਪ ਦੀ ਕਥਾ, ਆਪ ਦੇ ਕੀਰਤਨ, ਆਪ ਦੀ ਭਗਤੀ, ਆਪ ਦੇ ਪਾਠਾਂ ਵਿੱਚ ਲਾਇਆ ਹੋਇਆ ਹੈ। ਸਾਡੀ ਨਿਗਾਹ ਦੇ ਵਿੱਚ ਸੋ ਆਪਾਂ ਕਹਿੰਦੇ ਹਾਂ ਵੀ ਉਹ ਫਲਾਣਾ ਦਾ ਪਾਠੀ ਹੈ ਜੀ, ਮਤਲਬ ਜਿਹੜਾ ਕੰਮ ਸਭ ਤੋਂ ਉੱਚਾ ਸੁੱਚਾ ਅਤੇ ਵਧੀਆ ਹੈ ਉਸ ਨੂੰ ਅਸੀਂ ਕੰਮ ਨਹੀਂ ਗਿਣਦੇ ਹਾਂ ਤੇ ਉਸ ਨੂੰ ਅਸੀਂ ਆਮ ਗਿਣਤੀ ਵਿੱਚ ਲੈਂਦੇ ਆ, ਕਿਉਂਕਿ ਇਹ ਸਾਡਾ ਸੁਭਾਅ ਹੈ। ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਵੀ ਕਦੀ ਨਹੀਂ ਚਾਹੁੰਦੇ ਵੀ ਮੁੰਡਾ ਸਾਡਾ ਪਾਠੀ ਬਣੇ। ਜ਼ਰੂਰੀ ਨਹੀਂ ਵੀ ਆਪਾਂ ਪੈਸੇ ਲੈ ਕੇ ਪਾਠ ਕਰਨਾ, ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਡਾਕਟਰ ਬਣੇ, ਇੰਜੀਨੀਅਰ ਬਣੇ, ਵਕੀਲ ਬਣੇ, ਵੱਡੇ ਵੱਡੇ ਡਿਗਰੀ ਹੋਲਡਰ। ਤੇ ਇਹ ਮੁਬਾਰਕ ਹੈ ਸਭ ਕੁਝ, ਡਿਗਰੀਆਂ ਪੜ੍ਹਾਈਆਂ, ਪਰ ਬਾਣੀ ਵੀ ਤਾਂ ਪੜ੍ਹਨੀ ਪਏਗੀ ਤੇ ਸਿੱਖਾਂ ਦੇ ਮੁੰਡਿਆਂ ਨੂੰ ਪੜ੍ਹਨੀ ਪਏਗੀ। ਤੇ ਇਸ ਵਾਸਤੇ ਜਿਹੜੀ ਮਹਾਰਾਜ ਦੀ ਸਿਫਤ ਹੈ ਇਹ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ, ਭਗਤੀ ਹੈ, ਗੁਰਬਾਣੀ ਦਾ ਪਾਠ, ਕਥਾ, ਕੀਰਤਨ। ਇਕਨਾਂ ਨੂੰ ਸਾਧ ਸੰਗਤ ਨੂੰ ਗੁਰੂ ਸਾਹਿਬ ਨੇ ਆਪ ਦੇ ਚਰਨੀ ਲਗਾਇਆ ਹੋਇਆ ਹੈ। ਦੇ ਸਤਿਗੁਰ ਮਤੀ, ਪਰਮੇਸ਼ਰ ਨੇ ਸਤਿਗੁਰਾਂ ਦੀ ਸਿੱਖਿਆ ਦੇ ਕੇ ਆਪ ਹੀ ਇਕਨਾਂ ਨੂੰ ਆਪ ਦੇ ਚਰਨਾਂ ਨਾਲ ਲਾਇਆ ਹੋਇਆ ਹੈ। ਇਕ ਨਾਨੋ ਨਾਉ ਬਖਸ਼ਿਓ ਨਾ, ਇੱਕ ਨਾ ਜਗਿਆਸੂਆਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣਾ ਨਾਮ ਬਖਸ਼ਿਆ ਹੈ। ਆਸ ਸਿਰ ਹਰ ਸਤੀ, ਉਹ ਸਤ ਸਰੂਪ ਪਰਮੇਸ਼ਰ ਦੇ ਵਿੱਚ ਅਸਥਿਤ ਹੋਏ ਹਨ, ਜਾਂ ਨਿਸ਼ਚੇ ਦੇ ਸਹਿਤ ਹਰੀ ਦੇ ਸਰੂਪ ਵਿੱਚ ਅਸਥਿਤ ਹੋਏ, ਭਾਵ ਆਵਾਗਮਨ ਤੋਂ ਰਹਿਤ ਹੋ ਕੇ ਮੁਕਤ ਰੂਪ ਹੋ ਗਏ ਹਨ। ਪੌਣ ਪਾਣੀ ਬਸੰਤਰੋ, ਹਵਾ, ਪਾਣੀ, ਅੱਗ ਆਦਿਕ ਤੱਤ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲ ਕੇ ਹੁਕਮ ਕਰਹਿ ਭਗਤੀ, ਜੋ ਹੁਕਮ ਦੇ ਵਿੱਚ ਮਰਿਆਦਾ ਵਿੱਚ ਚੱਲ ਰਹੇ ਨੇ, ਸਮਝ ਲਓ ਇਹ ਭਗਤੀ ਕਰਦੇ ਹਨ। ਜਾਂ ਇਸੇ ਪ੍ਰਕਾਰ ਪੌਣ ਪਾਣੀ ਬਸੰਤਰੋ, ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਹਵਾ ਸਾਰਿਆਂ ਦੇ ਸਵਾਸ ਬਣੀ ਹੋਈ ਹੈ, ਪਾਣੀ ਸਾਰਿਆਂ ਦੇ ਸਰੀਰ ਘੜਨ ਵਾਲਾ ਬਣਿਆ ਹੋਇਆ, ਅਤੇ ਅੱਗ ਸਾਰਿਆਂ ਦੇ ਅੰਨ ਖੁਰਾਕ ਖਾਧੀ ਹੋਈ ਨੂੰ ਪਚਾਉਣ ਵਾਲੀ ਬਣੀ ਹੋਈ ਹੈ। ਇਉਂ ਇਹ ਤਤ ਹੁਕਮ ਕਰਹਿ ਭਗਤੀ, ਵਾਹਿਗੁਰੂ ਦੇ ਹੁਕਮ ਚੱਲ ਕੇ ਉਹਦੀ ਭਗਤੀ ਕਰਦੇ ਨੇ। ਜਾਂ ਜਿਵੇਂ ਤਤ ਆਗਿਆ ਚੱਲਦੇ, ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਚੱਲ ਕੇ ਪ੍ਰੇਮਾ ਭਗਤੀ ਕਰਨੀ ਚਾਹੀਦੀ ਹੈ। ਇਸੇ ਪ੍ਰਕਾਰ ਪੌਣ ਪਾਣੀ ਬਸੰਤਰੋ, ਪੌਣ ਵਾਂਗ ਉਜਲ ਚਿਤ ਹੋਣਾ ਚਾਹੀਦਾ ਹੈ। ਹਵਾ ਗੰਦੀਆਂ ਮੰਦੀਆਂ ਚੰਗੀਆਂ ਸਭ ਜੰਗਣਾ ਤੇ ਟੱਚ ਕਰਦੀ ਹੈ, ਪਰ ਉਜਲ ਹੈ। ਪਾਣੀ ਵਾਂਗ ਚਿੱਤ ਸ਼ਾਂਤ ਹੋਣਾ ਚਾਹੀਦਾ ਹੈ। ਪਾਣੀ ਵੇਖੋ ਸਭਨਾਂ ਨੂੰ ਠੰਡਾ ਠਾਰ ਕਰ ਦਿੰਦਾ, ਅੱਗ ਦੀ ਤਰ੍ਹਾਂ ਗਿਆਨ ਦੇ ਪ੍ਰਕਾਸ਼ ਸਹਿਤ ਹੋਣਾ ਚਾਹੀਦਾ ਹੈ। ਹੁਕਮ ਕਰਹਿ ਭਗਤੀ, ਅਤੇ ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਭਗਤੀ ਕਰੋ। ਕਈ ਮੇਰੇ ਵਰਗੇ ਨਿਕੰਮੇ ਆਲਸੀ ਕੀ ਕੁਝ ਆਖੀ, ਸਿਰ ਵੀ ਨੰਗਾ ਤੇ ਸਭ ਕੁਝ ਹੀ, ਕੋਈ ਕਕਾਰ ਨਹੀਂ, ਕੋਈ ਕੰਘਾ ਕੀ ਸੰਝ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਜਿਹੜੇ ਨਿਤਨੇਮ ਕਰਦੇ ਨੇ ਜਾਂ ਪਾਠ ਪੂਜਾ ਬਾਣੀ ਪੜ੍ਹਦੇ, ਆਖੇ ਜੀ ਇਹ ਤਾਂ ਤੋਤੇ ਵਾਲੀ ਰੱਟ ਹੈ ਜੀ, ਇਹ ਤਾਂ ਕਰਮ ਕਾਂਡ ਹੈ ਜੀ। ਆਪ ਤਾਂ ਕੁਝ ਕਰਨ ਜੋਗੇ ਨਹੀਂ, ਦੂਜਿਆਂ ਦਾ ਮਨ ਢਾ ਦੇਣਾ, ਤਰਕ ਵਾਲੀ ਗੱਲ ਕਹਿ ਕੇ ਆਖੇ ਜੀ ਇਹ ਤਾਂ ਬਾਹਮਣ ਮੱਤ ਹੈ ਜੀ, ਬਾਰ-ਬਾਰ ਮਾਲਾ ਫੇਰਨੀ। ਆਖੇ ਜੀ ਕਬੀਰ ਨੇ ਆਖਿਆ, ਕਬੀਰ ਮੇਰੀ ਸਿਮਰਨੀ, ਤੂੰ ਕਬੀਰ ਬਣ ਗਿਆ? ਗੱਲਾਂ ਮਾਰਦਾ ਤੂੰ ਕਬੀਰ ਦੀਆਂ, ਕਬੀਰ ਬਣ ਕੇ ਤਾਂ ਵਿਖਾ। ਇਹ ਗੱਲ ਮੈਂ ਮੰਨਦਾ ਵੀ ਕਬੀਰ ਮੇਰੀ ਸਿਮਰਨੀ, ਪਰ ਸਿਮਰਨੀ ਬਣਾਓ ਤਾਂ ਸਹੀ। ਇੱਕ ਵਾਰ ਤਾਂ ਵਾਹਿਗੁਰੂ ਨਹੀਂ ਆਖਿਆ ਜਾਂਦਾ ਤੇ ਕਰਦੇ ਗੱਲਾਂ ਕਬੀਰ ਦੀਆਂ, ਰੀਸ ਕਰ ਲਾਂਗੇ ਕਬੀਰ ਦੀ। ਤਾਂ ਪਹਿਲੀ ਅਵਸਥਾ 'ਚ ਤਾਂ ਮਾਲਾ ਫੜਨੀ ਪਊਗੀ ਨਾ। ਤੁਸੀਂ ਦੱਸੋ,
ਗੁਟਕਾ ਤਾਂ ਫੜਨਾ ਹੀ ਪਊਗਾ, ਛਾਪਿਆ ਕਾਹਦੇ ਵਾਸਤੇ? ਏਡਾ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਣਾਤਾ, ਕਿੰਨਾ ਲਈ ਬਣਾਇਆ ਬੰਦਾ ਪੁੱਛੇ? ਮੁਸਲਮਾਨਾਂ ਨੂੰ ਆਖੀਏ? ਅੱਜ ਕੱਲ੍ਹ ਹਿੰਦੂਆਂ ਨੇ ਮੰਦਿਰਾਂ 'ਚ ਅਖੰਡ ਪਾਠ ਕਰਾਉਣੇ ਸ਼ੁਰੂ ਕਰਤੇ, ਕਿਉਂਕਿ ਆਪਾਂ ਤਾਂ ਕਹਿਤਾ ਕਰਮਕਾਂਡ ਹੈ ਜੀ, ਬਾਹਮਣ ਮੱਤ। ਉਹ ਆਖਦੇ ਵੀ ਹਾਂ ਜੀ ਠੀਕ ਹੈ, ਫਿਰ ਬਾਹਮਣ ਮੱਤ ਹੀ ਸਹੀ। ਨਾ ਦਾੜੀ, ਨਾ ਮੁੱਛ, ਨਾ ਸਿਰ ਤੇ ਵਾਲ, ਤੇ ਉਹ ਗਲ 'ਚ ਪਰਨਾ ਪਾ ਕੇ ਪਾਠ ਕਰਦੇ ਨੇ। ਸਾਡੇ ਮੁੰਡੇ ਜੋ ਨਹੀਂ ਕਰਦੇ। ਆਪਾਂ ਦਾ ਕਰਮਕਾਂਡ ਕਹਿ ਕੇ ਕਹਿਤਾ ਵੀ ਇਹ ਸਾਡੇ ਵਾਸਤੇ ਨਹੀਂ। ਤੋ ਇਸ ਲਈ ਇਹੋ ਜਿਹੀਆਂ ਗੱਲਾਂ ਬਿਲਕੁਲ ਬਥਮੀਆਂ ਨੇ, ਨਸ਼ਰਦਕ ਪੁਣੇ ਵਾਲੀਆਂ ਨੇ। ਸਾਡੇ ਗੁਰੂ ਸਾਹਿਬਾਨ ਖੁਦ ਆਪ ਭਗਤੀ ਕਰਦੇ ਰਹੇ ਨੇ। ਤੁਸੀਂ ਦੱਸੋ ਵੀ ਗੁਰੂਆਂ ਨਾਲੋਂ ਵੱਡੇ ਹੋ ਭਾਈ? ਭਗਤੀ ਕਰਨੀ ਕਰਮਕਾਂਡ ਨਹੀਂ ਹੈ। ਸੇਵਾ ਤੇ ਸਿਮਰਨ ਇਹ ਸਾਡੇ ਗੁਰੂ ਸਾਹਿਬ ਖੁਦ ਆਪ ਕਰਕੇ ਦਿਖਾਉਂਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਪਾਮ ਲਹਿਣਾ ਜੀ ਨੇ ਵੇਖੋ ਕਿੰਨੀ ਸੇਵਾ ਕੀਤੀ ਹੈ, ਕਿੰਨੀ ਬੰਦਗੀ ਕੀਤੀ ਹੈ। ਗੁਰੂ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ ਖਬਰ ਮਿਲਦਿਆਂ ਸਾਰ ਹੀ 6 ਮਹੀਨੇ ਕੁੰਡਾ ਮਾਰ ਕੇ ਅੰਦਰ ਹੀ ਵੜੇ ਰਹੇ, ਨਾ ਰੋਟੀ ਨਾ ਪਾਣੀ, ਸਿਰਫ ਸਤਿਨਾਮ ਵਾਹਿਗੁਰੂ 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 ਦਾ ਜਾਪ ਜਪਦੇ ਰਹੇ। ਫਿਰ ਬਾਬਾ ਬੁੱਢਾ ਸਾਹਿਬ ਨੇ ਮਸਾਂ ਕਿਤੇ ਲੱਭਿਆ ਤੇ ਗੁਰੂ ਸਾਹਿਬ ਨੂੰ ਹੱਥ ਬੰਨ੍ਹ ਕੇ ਪੈਰ ਘੁੱਟੇ, ਬੇਨਤੀ ਕੀਤੀ ਵੀ ਸੰਗਤਾਂ ਦੀ ਕਲਿਆਣ ਕਰੋ ਜੀ। ਗੁਰੂ ਸਾਹਿਬ ਨੇ ਤੁਹਾਨੂੰ ਆਪ ਹੁਕਮ ਕੀਤਾ। ਤੇ ਮਹਾਰਾਜ ਨੇ ਪਹਿਲੇ ਵਾਰ ਆਉਂਦਿਆਂ ਸਾਰੀ ਸੰਗਤਾਂ ਦੀ ਦਰਸ਼ਨ ਕਰਦਿਆਂ ਹੀ ਉਪਦੇਸ਼ ਉਚਾਰਿਆ। ਮਹੱਲਾ ਦੂਜਾ, ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਕਿਉਂ ਮਹਾਰਾਜ ਰੋਂਦੇ ਸੀਗੇ? ਕਿਉਂ ਵਿਰਾਗ ਸੀਗੇ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਦੇ ਚਨਾਂ ਤੋਂ ਮਛੋੜਤਾ। ਆਖਿਆ ਪੁਰਖਾ ਸਾਥੋਂ ਪਰੇ ਹੋ ਜਾ, ਆਪਦੇ ਪਿੰਡ ਖਡੂਰ ਜਾ। ਗੁਰਦੁਆਰੇ ਦੇ ਦਰਸ਼ਨ ਨਹੀਂ ਹੋਏ। ਆਪਾਂ ਕਹਿੰਦੇ ਆਗੇ ਜੀ ਦਰਸ਼ਨ ਤਾਂ ਮੰਨਦੇ ਨੇ, ਗੁਰਦੁਆਰੇ ਆਉਣ ਦਾ ਕੀ ਫਾਇਦਾ? ਮਨ ਸਾਫ਼ ਹੋਣਾ ਚਾਹੀਦਾ ਜੀ। ਤੇ ਦਰਸ਼ਨ ਇਹ ਥੋੜੋ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਝਾਟੀ ਆਪਾਂ ਗਿਆਨੀ ਬਣ ਗਏ, ਇਹ ਗੱਲਾਂ ਕਰਨ ਲੱਗ ਪੈਂਦੇ ਆ। ਅਖੇ ਜੀ ਮਹਾਰਾਜ ਨੇ ਤਾਂ ਆਖਿਆ ਵੀ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੀ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰਾਂ ਦਾ ਉਪਦੇਸ਼ ਕਿਸੇ ਲਈ ਕੁਝ ਹੈ, ਕਿਸੇ ਲਈ ਕੁਝ ਹੈ, ਅਵਸਥਾ ਦੇ ਮੁਤਾਬਕ ਹੈ। ਪਰ ਸਾਨੂੰ ਤਾਂ ਗੁਰਦੁਆਰੇ ਆਉਣਾ ਪਊਗਾ ਨਾ ਗੁਰਮੁਖੋ। ਜਿਹੜੇ ਆਉਂਦੇ ਨੇ ਇਹ ਉਹਨਾਂ ਵਾਸਤੇ ਹੈ ਭਾਈ, ਤੁਸੀਂ ਬੰਦਗੀ ਵੀ ਕਰੋ। ਪਹਿਲਾ ਸਟੈਪ ਤਾਂ ਆਉਣਾ ਹੈ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ। ਮਹਾਰਾਜ ਦੀ ਬੁਰੀ ਹਾਲਤ ਕਿਉਂ ਹੋਈ? 6 ਮਹੀਨੇ ਕਿਸੇ ਦੇ ਮੱਥੇ ਕਿਉਂ ਨਹੀਂ ਲੱਗੇ? ਕਿਉਂਕਿ ਗੁਰਦੁਆਰੇ ਦੇ ਦਰਸ਼ਨ ਨਹੀਂ ਸਨ ਹੁੰਦੇ। ਫਿਰ ਪੰਜਵੇਂ ਪਾਤਸ਼ਾਹ ਦੀ ਅਵਸਥਾ ਵੇਖੋ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੈ ਸਾਥ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਭੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਆਪਾਂ ਕਹਿੰਦੇ ਆਖੇ ਜੀ ਗੁਰਦੁਆਰੇ ਆਉਣ ਦੀ ਲੋੜ ਹੀ ਨਹੀਂ ਹੈ। ਮਹਾਰਾਜ ਨੇ ਤਾਂ ਆਖਿਆ ਘਰ ਬੈਠੇ ਗੁਰੂ ਤੇ ਆਇਓ, ਵਾਹਿਗੁਰੂ ਘਰ ਬੈਠੇ ਕਰਿਓ। ਏਡੇ ਵੱਡੇ ਗੁਰਦੁਆਰੇ ਫਿਰ ਬਣਾਏ ਮਹਾਰਾਜ ਨੇ ਕਾਹਤੋਂ? ਏਡਾ ਸੋਹਣਾ ਹਰਿਮੰਦਰ ਸਾਹਿਬ ਬਣਾਇਆ, ਵੇਖੋ ਕਿੰਨਾ ਸੋਹਣਾ ਲੱਗਾ ਉੱਥੇ। ਕਈ ਕੁਛ ਸਭ ਸੰਗਤ ਵਾਸਤੇ ਹੀ ਆ। ਜੇ ਸਾਨੂੰ ਲੋੜ ਨਹੀਂ ਤਾਂ ਮੁਸਲਮਾਨਾਂ ਨੂੰ ਲੋੜ ਹੈ ਕਿ ਉਹ ਮਸੀਤਾਂ ਛੱਡਣ। ਕਿਹਨੂੰ ਆਖੀਏ ਭਾਈ? ਸਿੱਖਾਂ ਨੂੰ ਆਖਾਂਗੇ ਭਾਈ ਗੁਰਦੁਆਰੇ ਆਓ, ਹੈ ਸਾਰਿਆਂ ਲਈ ਭਾਵੇਂ ਸਾਂਝਾ। ਤੋ ਵੇਖੋ 1 ਸਾਲ ਦੇ ਕਰੀਬ ਗੁਰੂ ਅਰਜਨ ਸਾਹਿਬ ਵਿਛੜੇ ਰਹੇ ਤੇ ਪਰ ਉਹ ਕਿੰਨਾ ਰੋਂਦੇ ਰਹੇ, ਕਿੰਨੇ ਵਿਰਾਗ ਚ ਉਹਨਾਂ ਕਿੰਨੀ ਬਾਣੀ ਵੇਖੋ ਪ੍ਰੇਮ ਦੀ ਉਚਾਰੀ। ਇਹ ਕੋਈ ਕਰਮਕਾਂਡ ਥੋੜੋ ਆ। ਮਹਾਰਾਜ ਨੂੰ ਮੱਥਾ ਟੇਕਣਾ, ਦਰਸ਼ਨ ਕਰਨੇ, ਗੁਰੂ ਜੀ ਦਾ ਸਤਿਕਾਰ ਕਰਨਾ ਜਾਂ ਬਾਣੀ ਪੜ੍ਹਨੀ ਸੁਣਨੀ, ਕੋਈ ਬਾਹਮਣ ਮਤ ਥੋੜੋ। ਫਿਰ ਸਿੱਖ ਮਤ ਕਿਹੜੀ ਹੋਈ ਭਾਈ ਗੁਰਮੁਖੋ? ਮਾਲਾ ਫੇਰਨੀ, ਗੁੜਕਾ ਸਾਹਿਬ ਫੜ ਕੇ ਪਾਠ ਕਰਨਾ, ਇਹੀ ਸਿੱਖ ਮਤ ਹੈ। ਫਿਰ ਵੇਖੋ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰਦੁਆਰੇ ਦੀਆਂ ਗਾਗਰਾਂ ਢੋਈਆਂ ਤੇ ਗੁਰਦੁਆਰਾ ਕਿੱਲੀ ਸਾਹਿਬ ਨਹੀਂ ਹੈ। ਉਹਦਾ ਕੀ ਮਤਲਬ ਕੱਢੋਗੇ? ਕਿੱਲੀ ਅਜੇ ਵੀ ਕੰਧ ਦੇ ਵਿੱਚ ਜੜੀ ਹੋਈ ਹੈ। ਸਤਿਗੁਰਾਂ ਦੀ ਅਵਸਥਾ 84 ਸਾਲ ਦਾ ਬੁੱਢਾ ਬਜ਼ੁਰਗ ਬਾਬਾ, ਨਾ ਤਾਂ ਬੁੱਢਾ ਬੰਦਾ ਬੈਠ ਸਕਦਾ, ਗੋਡੇ ਦਰਦ ਹੋਣ ਲੱਗ ਪੈਂਦੇ, ਉਹ ਲੱਤਾਂ 'ਚ ਕੀੜੀਆਂ ਜੀਆਂ ਲੜਨ ਲੱਗ ਪੈਂਦੀਆਂ, ਸੌਂ ਜਾਂਦੀਆਂ ਲੱਤਾਂ। ਜੇ ਖਲੋਈਏ ਤੇ ਲੱਕ ਦਰਦ ਹੋਣ ਲੱਗ ਪੈਂਦਾ, ਖਲੋਤਾ ਨਹੀਂ ਜਾਂਦਾ, ਤੇ ਨਾ ਬਹਿ ਸਕਦੇ ਨਾ ਖਲੋ ਸਕਦੇ। ਪਰ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਬੈਠ ਜਾਂਦੇ। ਫਿਰ ਕੀ ਕਰਦੇ? ਬੈਠਿਆਂ ਉੱਠ ਖਲੋਂਦੇ ਤੇ ਖੜੇ ਨਾ ਹੋਇਆ ਜਾਂਦਾ, ਕਿੱਲੀ ਨੂੰ ਫੜ ਲੈਂਦੇ ਆਸਰੇ ਦੇ ਨਾਲ। ਕਈਆਂ ਸਾਧੂਆਂ ਨੇ ਉਹ
ਲੱਕੜ ਦਾ ਸਟੈਂਡ ਜਿਹਾ ਬਣਾਇਆ ਹੁੰਦਾ, ਜਿਹਨੂੰ ਪਤਾ ਨਹੀਂ ਚਿੱਪੀ ਕਹਿੰਦੇ ਨੇ, ਵਿਰਾਗਣ ਕਹਿੰਦੇ ਨੇ, ਵਿਰਾਗਣ। ਉਹਦੇ ਤੇ ਅਰਕਾ ਰੱਖ ਕੇ ਆਸਰੇ ਦੇ ਨਾਲ ਲੱਕ ਸਿੱਧਾ ਕਰਕੇ ਭਗਤੀ ਕਰਦੇ ਨੇ। ਇਉਂ ਵੇਖੋ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਖੁਦ ਭਗਵਾਨ ਸੀਗੇ, ਗੁਰਤਾ ਗੱਦੀ ਦੇ ਮਾਲਕ ਖੁਦ ਪਰਮਾਤਮਾ ਸੀਗੇ। ਇੱਕ ਮਾਈ ਰੋਂਦੀ ਹੋਈ ਆਈ ਸੀਗੀ, ਉਹ ਕਥਾ ਅੰਮ੍ਰਿਤ ਵੇਲੇ ਦੀ ਹੈ, ਤੇ ਮਹਾਰਾਜ ਨੇ ਆਖਿਆ ਮਾਤਾ ਮੈਂ ਨਿਤਨੇਮ ਕਰ ਰਿਹਾ ਵੀ ਨਿਤਨੇਮ ਪੂਰਾ ਹੋ ਲੈਣ ਦੇ, ਤੇ ਤੂੰ ਸਵੇਰੇ ਗੱਲ ਕਰੀ। ਉਹ ਚੁੱਪ ਤਾਂ ਕਰ ਗਈ, ਮੁੜ ਕੇ ਫੇਰ ਰੋਣ ਲੱਗ ਪਈ। ਅੰਮ੍ਰਿਤ ਵੇਲੇ ਹੀ ਮਹਾਰਾਜ ਨੇ ਤਈਏ ਤਾਪ ਨਾਲ ਸ਼ਾਂਤ ਹੋਇਆ, ਉਹਦਾ ਪੁੱਤਰ ਜਿਉਂਦਾ ਕੀਤਾ ਸੀਗਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰੂ ਅਮਰਦਾਸ ਵੇਖੋ ਸੇਵਾ ਕੀਤੀ ਤੇ ਭਗਤੀ ਕਰਦੇ ਰਹੇ। ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੇਖੋ ਕਿੰਨੀ ਵੈਰਾਗਮਈ ਹੈ, ਸ਼ਮ ਸ਼ਮ ਵੈਰਾਗ ਦਾ ਜਲ ਜਾਂਦਾ ਰਹਿੰਦਾ, ਇੰਨੇ ਪਿਆਰ ਸਤਿਕਾਰ ਨਾਲ ਬਾਣੀ ਉਚਾਰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰ ਤੁਹਾਡੇ ਸਾਹਮਣੇ ਹੈ, ਡੁੱਲ ਡੁੱਲ ਪੈਂਦਾ। ਸੋ ਕਰਤਾਰਪੁਰ ਸਾਹਿਬ ਕੇ ਖੁਦ ਪਰਮਾਤਮਾ ਜਿਹੜੇ ਤੁਰੋਂ ਗੁਰੂ ਆਏ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਹਿੰਦੇ ਪਹਿਲੋਂ ਪਾਇਆ ਬਾਬੇ ਬਖਸ਼ਦਰ। ਪਹਿਲਾਂ ਬਖਸ਼ਿਸ਼ ਦਾ ਦਰ ਵਾਹਿਗੁਰੂ ਦੇ ਦਰਸ਼ਨ ਕਰ ਲੈ, ਪਿੱਛੋਂ ਦੇ ਕਰ ਘਾਲ ਕਮਾਈ। ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਕਰਤਾਰਪੁਰ ਸਾਹਿਬ ਪਿਛਲੀ ਉਮਰ ਮਹਾਰਾਜ ਨੇ ਰੋੜਾਂ ਦੀ ਵਿਛਾਈ ਕਰ ਲਈ, ਰੇਤ ਦਾ ਫੱਕਾ ਮਾਰਦੇ, ਭੁੱਖ ਲੱਗਦੀ ਅੱਕ ਨੂੰ ਚੱਕ ਮਾਰਦੇ। ਇਉਂ ਬੰਦਗੀ ਅਖੀਰੀ ਉਮਰ ਦੇ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਵੀ ਕਰਕੇ ਦਿਖਾਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾਉਣ ਤੋਂ 2.5 ਮਹੀਨੇ ਪਹਿਲਾਂ ਇਕਾਂਤਵਾਸ ਦੇ ਚਲੀਸਾ ਕੱਟਿਆ, ਫਿਰ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਤੋ ਇੰਜ ਹੁਕਮ ਮੰਨ ਕੇ ਭਗਤੀ ਕਰਨੀ ਚਾਹੀਦੀ ਹੈ। ਸਾਹਿਬਾਂ ਦਾ ਹੁਕਮ ਹੈ ਭਾਈ ਭਗਤੀ ਕਰੋ। ਪੌਣ ਪਾਣੀ ਬਸੰਤਰੋ ਇਨਾ ਤਤਾ ਵਾਂਗ ਗੁਣ ਧਾਰਨ ਕਰੋ। ਹੁਕਮ ਕਰਹਿ ਭਗਤੀ। ਇਹ 22 ਆਰਡਰ ਹੈ, ਪੰਜਾਂ ਬਾਣੀਆਂ ਦਾ ਨਿਤਨੇਮ ਹਰੇਕ ਸਿੰਘ ਲਈ ਜ਼ਰੂਰੀ ਹੈ। ਰਹਿ ਰਾਸ ਕੀਰਤਨ ਸੋਹਿਲਾ ਕੰਪਲਸਰੀ ਹੈ। ਸੁਖਮਨੀ ਸਾਹਿਬ ਆਸਾ ਦੀ ਵਾਰ ਜਿੰਨੀ ਬਾਣੀ ਪੜ੍ਹ ਲੋ ਥੋੜੀ ਹੈ। ਇਉਂ ਭਗਤੀ ਕਰੋ, ਨਿਤਨੇਮ ਕਰੋ। ਇਨਾਂ ਨੂੰ ਪਾਉ ਅਗਲਾ। ਇਨਾਂ ਪਾਉਣ ਆਦਿਕ ਤੱਤਾਂ ਨੂੰ ਪਰਮੇਸ਼ਰ ਦਾ ਬਹੁਤ ਜ਼ਿਆਦਾ ਡਰ ਹੈ। ਪੂਰੀ ਬਣਤ ਬਣਤੀ। ਇੱਕ ਬੰਦਾ ਹੀ ਹੈ ਜਿਹੜਾ ਡਰ ਤੋਂ ਬਗੈਰ ਹੈ। ਪਰਮੇਸ਼ਰ ਨੇ ਸੰਸਾਰ ਦੀ ਪੂਰੀ ਬਣਾਵਟ ਹੀ ਆਪ ਦੀ ਸ਼ਕਤੀ ਨਾਲ ਆਪ ਦੇ ਡਰ ਵਿੱਚ ਬਣਾਈ ਹੋਈ ਹੈ। ਜਾਂ ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ, ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਦੀ ਪੂਰੀ ਬਣਤ ਬਣਾਈ ਹੋਈ ਹੈ। ਜਾਂ ਰਾਜਸੀ ਤਾਮਸੀ ਸਾਂਤਕੀ ਸੁਭਾ, ਸਤ ਸੰਦੋਖ ਦਇਆਦ ਗੁਣ, ਆਸੁਰੀ ਸੰਪਦਾ ਦੇਵੀ ਸੰਪਦਾ, ਤੱਤਾਂ ਦੇ ਸੁਭਾਅ ਆਦਿਕ ਦੀ ਪੂਰੀ ਬਣਤ ਬਣਾਈ ਹੋਈ ਹੈ। ਸਾਵ ਕੋ ਹੁਕਮ ਵਰਤਦਾ। ਸਾਰਿਆਂ ਦੇ ਸਿਰ ਉੱਪਰ ਇੱਕ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਮੰਨਿਆ ਸੁਖ ਪਾਈ। ਉਸ ਦੇ ਹੁਕਮ ਨੂੰ ਮੰਨਣੇ ਕਰਕੇ ਹੀ ਆਤਮਿਕ ਸੁਖ, ਆਤਮਿਕ ਆਨੰਦ ਤਾਂ ਹੀ ਪਾਉਣਾ ਕਰੀਦਾ ਹੈ। ਜਾਂ ਮਹਾਰਾਜ ਫਰਮਾਉਂਦੇ ਨੇ ਮੰਨਿਆ ਸੁਖ ਪਾਈ। ਜਿਹੜੇ ਪਰਮੇਸ਼ਰ ਦਾ ਸਿਮਰਨ ਭਜਨ ਕਰਨ ਵਾਲਾ ਹੁਕਮ ਮੰਨਿਆ ਕਰਨਗੇ, ਉਹੀ ਸੁਖ ਸਰੂਪ ਨੂੰ ਪਾਉਣਗੇ। ਜੋ ਹਮਰੀ ਫੁਨ ਰਹਿਤ ਸੋ ਰਾਖੈ, ਗੁਰਬਾਣੀ ਰਸ ਨਿਤ ਉਠ ਚਾਖੈ। ਮੈਂ ਤਾਂ ਕੇ ਸਦ ਰਹੂੰ ਸਹਾਇਕ, ਦੁਖ ਬਿਗਨ ਸਗਲੇ ਤਿਨ ਕਾਏ। ਇਹ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਵਾਹੋ ਵਾਹੋ ਸੱਚੇ ਪਾਤਸ਼ਾਹ। ਹਰੇਕ ਪੌੜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਕਿ ਪੰਕਤੀ ਲਾਜ਼ਮੀ ਪੜ੍ਹਨੀ ਹੈ। ਇਹ ਸੱਚੇ ਪਾਤਸ਼ਾਹ ਤੂੰ ਅਸਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਔਰ ਤੂੰ ਸੱਚੀ ਮਹਿਮਾ ਵਾਲਾ ਹੈ। ਇੱਥੇ ਸਾਧ ਸੰਗਤ ਜੀਓ 3 ਪੌੜੀਆਂ ਸੰਪੂਰਨ ਹੋਈਆਂ ਨੇ। ਵਿਚਾਰ ਕਰਦੇ ਆ 10 ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਕਿਰਪਾ ਕਰਕੇ ਮਾਫ ਕਰਨਾ ਜੀ, ਅੱਗੇ ਤੋਂ ਸਮਤ ਬਖਸ਼ਣੇ।
ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ